ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। साहिब कमाल बारगाह इनायत के मालक, कलयुगी जीवों के उद्धार करता, साहिब सहाबा जोत रूप हर आप, महिमा दे मालक धन 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 गुरु पिता श्री गुरुदेव गुरु ग्रंथ साहिब जी दे महान बरकतमयी इनायतमयी श्री चरण कमलां च विराजमान गुरु प्यारी साध संगत, गुरुदेव जी दी महान इनायत दा सदका साडे सारियां दे सिर ते मेहरमतमई रखे हत्थ दा सदका जीवन दा अज दा दिन भी प्राप्त होया और इस नवें दिन दी जो नवें जन्म समान है शाम अजीज़ुल नवाज गनीमुल खराज पातशाह गुरु गोबिंद सिंह महाराज जी दे चरण कमलों की खाक दे नाम करना नसीब होया। सतगुरु जी की अथा निवाजिश का सदका सोदर चौंकी दे कीर्तन रहरास आरती अरदास ते फिर महाराज जी दे हुक्मनामे उमक्यो हियो मिलन प्रभ ताई, खोजत चरियो देखो प्रिय जाई, सुनत संदेशरो प्रिय गृह सेज बिछाई, इनबेद हियरा धीरे निमानो मिल साजन हों तुझ कुर्बानो। महाराज जी दे बचन आपने हुक्मनामे दे रूप विच झोली च पवाए हन। कुछ समा होर सतगुरु गुरु हरगोबिंद साहिब महाराज जी दियां अमृत जीवन गाथावां राहीं मन गुरु चरनां नाल जुड़ सके, एकाग्रता अदब ते आनंद दी दात झोली च पै सके। इसलिए जितने माता भराता हाजरीन हाजरी पर रहे हो, पेशतर छोटी जही ध्यान साधना है। दोहां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा सीस गुरु हरगोबिंद साहिब जी दे चरण कमलों ते टिकिया है ते साहिब जियां ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गलवकड़ी करदियां चरण चुमदियां होया गुरु की अमृत फतेह द्वारा सांझ बनाइए। वाहिगुरु जी का खालसा वाहिगुरु जी की फतेह। कल तक आप जी ने प्रेम सहित सरवण किया कि महिमा दे मालक मेरियां पीरियां दे दाते संसार नूं अकाल पुरख दा तखत प्रदान करने वाले श्री गुरु हरगोबिंद साहिब महाराज जी ने अमृतसर तो महान भगत आत्मा बीबी रामो जी ते भाई साईं दास जी दियां बेनतियां नूं प्रवान करदियां अते जंग ना सुधो भला भलो सुधा सर माहे इस भाव नूं ख्याल रखदियां होया जंगल देश भाई की डरौली वाले पासे जाण दा मन बनाया ते तैयारी करके 3000 सिख सैनिकां समेत बहुत सारियां संगतां तिन्ने मातावां साहिबजादे और बाबा सूरजमल जी दे महल सनूखा सहित
ਬਿਆਨ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਇੰਤਹਾਈ ਕੀਮਤੀ ਪਾਲਕੀ ਵਿੱਚ ਬਿਰਾਜਮਾਨ ਕਰਾਇਆ ਅਤੇ ਆਪ ਨਾਲ ਬਿਨਾਂ ਜੋੜੇ ਨੰਗੇ ਪੈਰ ਚੱਲਦੇ ਹੋਏ ਕਾਫੀ ਦੂਰ ਤੱਕ ਆਏ ਔਰ ਪਿੱਛੇ ਸੰਗਤਾਂ ਵੀ ਬੈਰਾਗ ਕਰਦੀਆਂ ਹੋਈਆਂ ਆਈਆਂ। ਆਖਿਆ ਮਹਾਰਾਜ ਤੁਹਾਡੇ ਬਿਨਾਂ ਅਸੀਂ ਰਹਿ ਨਹੀਂ ਸਕਦੇ, ਹੋਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ। ਮੈਂ ਨੀਰ ਵਹਿ ਚੱਲੇ ਜੀਓ, ਸਾਡਾ ਇਹ ਨਗਰ ਤੁਹਾਡੇ ਬਿਨਾਂ ਉਜਾੜ ਹੋ ਜਾਏਗਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਖਿਆ ਕਿ ਨਹੀਂ, ਸੰਸਾਰ ਤੇ ਇਹ ਨਗਰ ਦਿਨ ਪ੍ਰਤੀ ਦਿਨ ਸੁਆਇਆ ਹੁੰਦਾ ਜਾਏਗਾ, ਵੱਡਾ ਹੁੰਦਾ ਜਾਵੇਗਾ। ਇੱਥੇ ਰੌਣਕਾਂ ਵੱਧਦੀਆਂ ਜਾਵਣਗੀਆਂ, ਖੁਸ਼ੀਆਂ ਖੇੜੇ ਬਰਸਦੇ ਰਹਿਣਗੇ। ਜੇ ਕੋਈ ਗਰੀਬ ਵੀ ਇਸ ਨਗਰ ਵਿੱਚ ਆ ਕੇ ਵਸੇਗਾ ਤੇ ਧਨਵਾਨ ਹੋ ਜਾਏਗਾ। ਇਹ ਨਗਰ ਦੀ ਮਹਾਰਾਜ ਜੀ ਨੇ ਮਹਾਨ ਵਿਆਖਿਆ ਕਰਕੇ ਉਹਨਾਂ ਨੂੰ ਸੁਣਾਇਆ ਤੇ ਆਪਣੀ ਰਸਨਾ ਤੋਂ ਇਹ ਬੋਲ ਆਖੇ। ਔਰ ਨਾਲ ਇਹ ਵੀ ਫਰਮਾਇਆ ਵੀ ਜਿਹੜਾ ਇਸ ਨਗਰ ਪ੍ਰਤੀ, ਹਰਿਮੰਦਰ ਪ੍ਰਤੀ, ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਨਜ਼ਰ ਮੈਲੀ ਕਰੇਗਾ, ਭੈੜੀ ਨਜ਼ਰ ਨਾਲ ਦੇਖੇਗਾ, ਉਹ ਸਦਾ ਸਦਾ ਲਈ ਖਤਮ ਹੋ ਜਾਏਗਾ, ਕਦੀ ਰਹਿ ਨਹੀਂ ਪਾਏਗਾ। ਜੋ ਅੜੇਗਾ ਸੋ ਚੜੇਗਾ, ਸ਼ਰਨ ਪੜੇ ਸੋ ਤਰੇਗਾ। ਮਹਾਰਾਜ ਜੀ ਨੇ ਅੰਮ੍ਰਿਤ ਬਚਨ ਆਖੇ। ਫਿਰ ਮਹਾਰਾਜ ਜੀ ਦੇ ਸਹੁਰਾ ਸਾਹਿਬ ਆਏ, ਮਹਾਰਾਜ ਜੀ ਨੂੰ ਕਿਹਾ ਵੀ ਅਸੀਂ ਤੁਹਾਡੇ ਬਿਨਾਂ ਨਹੀਂ ਰਹਿਣਾ, ਅਸੀਂ ਤਾਂ ਨਾਲ ਹੀ ਤੁਹਾਡੇ ਜਾਣਾ ਹੈ ਤੇ ਨਾਲ ਜਾ ਕੇ ਹੀ ਸਾਡਾ ਗੁਜ਼ਾਰਾ ਹੈ, ਤੁਹਾਡੇ ਬਿਨਾਂ ਅਸੀਂ ਨਹੀਂ ਰਹਿ ਸਕਦੇ। ਜਦ ਬਾਬਾ ਹਰੀ ਚੰਦ ਜੀ ਨੇ ਬੋਲ ਆਖੇ, ਫਿਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਲਾ ਵਰਤਾਉਂਦਿਆਂ ਹੋਇਆਂ ਸਭ ਨੂੰ ਸਮਝਾਇਆ ਤੇ ਆਖਿਆ, ਜਾਓ, ਗੁਰੂ ਤੁਹਾਡਾ ਸਦਾ ਹੀ ਸਹਾਈ ਹੈ ਤੇ ਸਦਾ ਹੀ ਮੇਰਾ ਬਣੀਆਂ ਰਹਿਣਗੀਆਂ। ਇਸ ਤਰ੍ਹਾਂ ਧੀਰਜ ਦੇ ਕੇ ਆਪ ਅੱਗੇ ਰਵਾਨਾ ਹੋਏ ਨੇ। ਅਗਲੀ ਵਿਚਾਰ ਸਰਵਣ ਕਰੀਏ ਪੇਸ਼ਤਰ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਦਫਾ ਫਿਰ ਆਖੋ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਡੈ ਤੀਰਜ ਸਤਿਗੁਰ ਸਭ ਤਾਈ। ਸਾਰੇ ਸੇਵਕਾਂ ਨੂੰ, ਅੰਮ੍ਰਿਤਸਰ ਨਿਵਾਸੀਆਂ ਨੂੰ ਮਹਾਰਾਜ ਜੀ ਨੇ ਆਪਣੀ ਅੰਮ੍ਰਿਤ ਦ੍ਰਿਸ਼ਟੀ ਨਾਲ ਤੇ ਆਪਣੇ ਅੰਮ੍ਰਿਤ ਬਚਨਾਂ ਰਾਹੀਂ ਧੀਰਜ ਪ੍ਰਦਾਨ ਕੀਤੀ ਹੈ। ਹਰੀ ਚੰਦ ਕੋ ਭੁਜ ਪਕੜਾਈ। ਹਰੀ ਚੰਦ ਜੀ ਵਾਲੇ ਇਸ਼ਾਰਾ ਕਰਕੇ ਕਹਿਣ ਲੱਗੇ, ਬਾਂਹ ਇਹਨਾਂ ਨੂੰ ਪਕੜਾ ਦਿੱਤੀ। ਪਾਵੇ ਗੁਰਮਤਿ ਨਾਲ ਜੋੜਦੇ ਰਹਿਣਗੇ, ਬਾਣੀ ਨਾਲ ਜੋੜਦੇ ਰਹਿਣਗੇ। ਗੁਰੂ ਨੂੰ ਬਾਂਹ ਪਕੜਾਉਣੀ ਇਹੀ ਹੈ, ਨਿਤਨੇਮ ਨਾਲ ਜੁੜਨਾ, ਬਾਣੀ ਨਾਲ ਜੁੜਨਾ, ਸਤਸੰਗ ਨਾਲ ਜੁੜਨਾ ਔਰ ਗੁਰੂ ਦੇ ਦੱਸੇ ਹੋਏ ਮਾਰਗ ਅਨੁਸਾਰ ਚੱਲਣਾ। ਇਹ ਗੁਰੂ ਨੂੰ ਬਾਂਹ ਪਕੜਾਉਣਾ। ਮੋਹ ਚਿੱਕੜ ਫਾਤੇ ਨਿਗਰਤ ਹਮ ਜਾਤੇ, ਹਰ ਬਾਂਹ ਪ੍ਰਭੂ ਪਕੜਾਏ ਜੀਓ। ਸਤਿਗੁਰੂ ਜੀ ਅੱਗੇ ਪੁਕਾਰ ਕਰਨੀ, ਬੇਨਤੀਆਂ ਕਰਨੀਆਂ ਤੇ ਨਾਮ ਦੀ ਦਾਤ ਪ੍ਰਾਪਤ ਕਰਨੀ, ਇਹ ਬਾਂਹ ਪਕੜਾਉਣੀ। ਤੇ ਨਿਤਨੇਮ ਨਾਲੋਂ ਟੁੱਟ ਜਾਣਾ, ਅੰਮ੍ਰਿਤ ਵੇਲੇ ਨਾਲੋਂ ਟੁੱਟ ਜਾਣਾ, ਸਤਿਗੁਰੂ ਦੀ ਬਖਸ਼ੀ ਹੋਈ ਜੀਵਨ ਸ਼ੈਲੀ ਰਹਿਤ ਮਰਿਆਦਾ ਤੋਂ ਟੁੱਟ ਜਾਣਾ। ਇਹ ਗੁਰੂ ਕੋਲੋਂ ਬਾਂਹ ਛੁਡਾਉਣ ਜੈਸਾ ਹੈ। ਇਸ ਢੰਗ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਂਹ ਪਕੜਾ ਕੇ ਜਾਨ ਸਸੁਰ ਬੜ ਬੰਧਨ ਕਰ ਆਪਣੇ ਵੱਡੇ ਸਹੁਰਾ ਸਾਹਿਬ ਜਾਣ ਕੇ ਤੇ ਬੰਧਨ ਕੀਤੀ, ਨਮਸਕਾਰ ਕੀਤੀ। ਭਾਵੇਂ ਆਪ ਪਾਰ ਬ੍ਰਹਮ ਪਰਮੇਸ਼ਵਰ ਜੋਤ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਪਰ ਰਿਸ਼ਤਿਆਂ ਦਾ ਸਨਮਾਨ ਕੀ ਹੁੰਦਾ ਹੈ, ਇਹ ਸਨਮਾਨ ਕਰਕੇ ਦਿਖਾ ਰਹੇ। ਕਿਉਂਕਿ ਜੇ ਰਿਸ਼ਤਿਆਂ ਦਾ ਸਨਮਾਨ ਰਹੇ, ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਬਣੀਆਂ ਰਹਿਣ, ਫਿਰ ਇਹਨਾਂ ਰਿਸ਼ਤਿਆਂ 'ਚੋਂ ਪਰਮਾਤਮਾ ਦਾ ਦੀਦਾਰ ਹੁੰਦਾ ਹੈ।
ਪਰਮਾਤਮਾ ਰਿਸ਼ਤਿਆਂ ਰਾਹੀਂ ਸਹਾਇਤਾ ਕਰਦਾ ਹੋਇਆ ਪ੍ਰਤੀਤ ਹੁੰਦਾ ਹੈ। ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਇਹਨਾਂ ਰਿਸ਼ਤਿਆਂ ਚੋਂ ਪਰਮਾਤਮਾ ਦਾ ਦੀਦਾਰ ਆਉਂਦਾ ਹੈ, ਪਰ ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਵਿਸਰ ਜਾਵਣ। ਧਨ ਦਾ ਲੋਭ ਆ ਜਾਏ, ਭਰਾ ਭਰਾ ਦਾ ਦੁਸ਼ਮਣ ਬਣ ਜਾਏਗਾ। ਫਿਰ ਇਹ ਰਿਸ਼ਤਿਆਂ ਵਿੱਚ ਰਿਸ਼ਤਾ ਨਹੀਂ ਰਹਿ ਜਾਂਦਾ, ਬਲਕਿ ਇਹ ਰਿਸ਼ਤੇ ਰਿਸਦੇ ਹੋਏ ਜ਼ਖਮ ਬਣ ਜਾਂਦੇ ਨੇ, ਪੀੜਾ ਦਾ ਕਾਰਨ ਬਣਦੇ ਨੇ। ਤੁਹਾਨੂੰ ਬਹੁਤ ਸਾਰੇ ਦੁਨੀਆ 'ਤੇ ਉਦਾਹਰਣ ਮਿਲ ਜਾਣਗੇ। ਸਕਿਆਂ ਭਰਾਵਾਂ ਨੇ ਸਕਿਆਂ ਭਰਾਵਾਂ 'ਤੇ ਮੁਕੱਦਮੇ ਕੀਤੇ ਹੋਏ, ਉਹਨਾਂ ਨੂੰ ਜੇਲ੍ਹਾਂ ਵਿੱਚ ਧੱਕਿਆ ਹੋਇਆ, ਸਜ਼ਾਵਾਂ ਕਰਾਈਆਂ ਹੋਈਆਂ। ਦਿਨ ਰਾਤ ਕਲੇਸ਼ ਦਾ ਕਾਰਨ ਬਣਦੇ ਨੇ, ਤੇ ਕਾਰਨ ਇਹ ਹੈ ਨਾਮ ਨਾਲੋਂ ਟੁੱਟੇ ਹੋਏ, ਨਿਤਨੇਮ ਜੀਵਨ ਵਿੱਚ ਨਹੀਂ ਹੈ, ਹਿਰਦਾ ਗੁਰੂ ਦੀ ਆਸਥਾ ਨਾਲ ਭਰਿਆ ਹੋਇਆ ਨਹੀਂ ਹੈ। ਕਈ ਦਫਾ ਦਿਖਾਵਾ ਵੀ ਕਰਦੇ ਨੇ, ਪਰ ਅੰਦਰ ਚਤੁਰਾਈਆਂ ਬਣੀਆਂ ਰਹਿੰਦੀਆਂ। ਇਸ ਲਈ ਗੁਰੂ ਨੇ ਉਹਨਾਂ ਦੀ ਬਾਂਹ ਨਹੀਂ ਪਕੜੀ ਹੋਈ। ਸਤਿਗੁਰੂ ਪਾਤਸ਼ਾਹ ਜਦ ਮਿਹਰ ਕਰਦੇ ਨੇ, ਤੁਸੀਂ ਦੇਖ ਲਓ, ਦੋ ਸਕੇ ਭਰਾ ਨੇ, ਬਾਬਾ ਪ੍ਰਿਥੀ ਚੰਦ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ। ਬਾਬਾ ਪ੍ਰਿਥੀ ਚੰਦ ਉਸ ਮਹਾਨ ਅਵਸਥਾ ਨੂੰ ਪ੍ਰਾਪਤ ਨਹੀਂ ਕਰ ਸਕੇ, ਇਸ ਲਈ ਦਿਨ ਰਾਤ ਵਿਰੋਧ ਕਰਦੇ ਰਹੇ, ਮੁਕੱਦਮੇਬਾਜ਼ੀ ਕਰਦੇ ਰਹੇ, ਤੇ ਹਰ ਤਰ੍ਹਾਂ ਨਾਲ ਸੰਗਤ ਨੂੰ ਗੁੰਮਰਾਹ ਕਰਦੇ ਰਹੇ। ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਗੋਂ ਪ੍ਰਭੂ ਚਰਨਾਂ ਵਿੱਚ ਅਰਦਾਸ ਕਰਦੇ ਰਹੇ, ਪ੍ਰਭੂ ਜੀਓ ਤੂੰ ਸੁਖ ਸੰਪਤ ਰਾਸ, ਰਾਖ ਲਿਓ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ। ਸਦਾ ਜੁੜੇ ਰਹੇ, ਸਦਾ ਨਿਰਮਾਣਤਾ 'ਚ ਰਹੇ, ਤੇ ਵੱਡੇ ਭਰਾ ਆਉਣ ਤੇ ਉੱਠ ਕੇ ਖੜੇ ਹੋ ਜਾਂਦੇ ਸਨਮਾਨ ਵਾਸਤੇ। ਇਸ ਤਰ੍ਹਾਂ ਮੈਂ ਅਰਜ਼ ਕਰਾਂ, ਜਿਹੜਾ ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਨੂੰ ਸਮਝਦਾ ਹੈ, ਉਹ ਰਿਸ਼ਤੇ ਰਸ ਦਾ ਸੋਮਾ ਬਣ ਜਾਂਦੇ ਨੇ। ਪਰ ਜਿੱਥੇ ਕਦਰਾਂ ਕੀਮਤਾਂ ਗੁਆਚ ਜਾਣ, ਉਹ ਰਿਸ਼ਤੇ ਰਿਸਦੇ ਹੋਏ ਜ਼ਖਮ ਵਾਂਗੂ ਹੁੰਦੇ ਨੇ, ਉਹ ਸਦਾ ਪੀੜਾਦਾਇਕ ਹੁੰਦੇ ਨੇ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਬਜ਼ੁਰਗਾਂ ਦਾ ਸਨਮਾਨ ਕੀ ਹੈ, ਰਿਸ਼ਤਿਆਂ ਦਾ ਅਸਥਾਨ ਕੀ ਹੈ, ਇਸ ਕਰਕੇ ਬਾਬਾ ਹਰੀ ਚੰਦ ਜੀ ਨੂੰ ਨਮਸਕਾਰ ਕਰਦੇ ਹਨ ਔਰ ਬੰਦਨਾ ਕਰਦੇ ਹਨ। ਮੁਰੇ ਸਰਬਹੀ ਦਰਸ ਨਿਹਰ ਕੈ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀਆਂ ਸੰਗਤਾਂ, ਗਿਰਦੋ ਨਵਾਹ ਦੀਆਂ ਸੰਗਤਾਂ ਮਹਾਰਾਜ ਜੀ ਦੇ ਦੀਦਾਰ ਕਰਕੇ, ਨਮਸਕਾਰ ਕਰਕੇ ਫਿਰ ਆਪਣੇ ਆਪਣੇ ਕੰਮਕਾਰ ਪਰਿਵਾਰਾਂ ਵਿੱਚ ਆ ਗਈਆਂ। ਸਿਵਕਾ ਪਰ ਸਤਿਗੁਰੂ ਅਰੂਢੇ। ਆਪ ਮਹਾਰਾਜ ਸੱਚੇ ਪਾਤਸ਼ਾਹ ਇੱਕ ਵੱਖਰੀ ਪਾਲਕੀ ਵਿੱਚ ਬਿਰਾਜਮਾਨ ਹੋਏ। ਮਾਰਗ ਗਮਨੇ ਜਿਸ ਗੁਣ ਗੂਢੇ। ਮਹਾਨ ਗੁਣਾਂ ਦੇ ਸਾਗਰ, ਵੱਡਿਆਂ ਗੁਣਾਂ ਦੇ ਮਾਲਕ ਜੋ ਹਨ ਗੁਰੂ ਹਰਗੋਬਿੰਦ ਸਾਹਿਬ ਜੀ, ਉਹ ਰਸਤੇ ਤੇ ਚੱਲ ਪਏ ਹਨ। ਹਰੀ ਚੰਦ ਮਿਲ ਤਨੁ ਜਾ ਸਾਥ। ਇਸੇ ਤਰ੍ਹਾਂ ਬਾਬਾ ਹਰੀ ਚੰਦ ਜੀ ਆਪਣੀ ਸੁਪੁੱਤਰੀ ਨੂੰ ਮਿਲ ਕਰਕੇ ਏਰ ਹਾਥ ਦੋ ਹੱਥ ਕੇ ਮਾਥ। ਔਰ ਆਪਣੀ ਬੱਚੀ ਦੇ ਸਿਰ ਤੇ ਹੱਥ ਰੱਖ ਕੇ, ਜੋ ਗੁਰੂ ਸਾਹਿਬ ਜੀ ਦੇ ਮਹਿਲ ਹਨ, ਮਾਤਾ ਨਾਨਕੀ ਜੀ, ਉਹਨਾਂ ਨੂੰ ਪਿਆਰ ਕਰਕੇ ਤ੍ਰੈ ਗੁਰ ਮਹਿਲਾ ਸੋ ਨਰ ਨਾਰੀ। ਇਸੇ ਤਰ੍ਹਾਂ ਤਿੰਨੇ ਹੀ ਮਹਾਰਾਜ ਜੀ ਦੇ ਮਹਿਲ, ਮਾਤਾ ਨਾਨਕੀ ਜੀ, ਮਾਤ ਦਾਮੋਦਰੀ ਜੀ ਔਰ ਮਾਤ ਮਰਵਾਹੀ ਜੀ, ਇਹ ਨਾਲ ਹਨ। ਔਰ ਤਿੰਨੇ ਸਾਹਿਬਜ਼ਾਦੇ ਨਾਲ ਹਨ। ਔਰ ਇਸ ਤਰ੍ਹਾਂ ਸਨੂਖਾ ਨੂੰਹ ਨਾਲ ਹਨ। ਤੇ ਇਸ ਤਰ੍ਹਾਂ ਦੇ ਨਾਲ ਮਿਲ ਮਿਲ ਅਖਲ ਬੰਦਨਾ ਤਾਰੀ। ਉਹਨਾਂ ਸਾਰੇ ਪਰਿਵਾਰ ਨੂੰ ਮਿਲ ਕੇ ਸਭ ਸੰਗਤਾਂ ਮਹਾਰਾਜ ਜੀ ਨੂੰ ਤੇ ਮਹਾਰਾਜ ਜੀ ਦੇ ਮਹਿਲਾਂ ਨੂੰ, ਸਾਹਿਬਜ਼ਾਦਿਆਂ ਨੂੰ ਨਮਸਕਾਰਾਂ ਕਰ ਰਹੇ ਹਨ। ਸਥਾ ਜੋਗ ਕੈ ਸੁਨ ਕਰ ਸਾਰੇ। ਇਸ ਤਰ੍ਹਾਂ ਜਥਾ ਜੋਗ, ਜਿਸ ਤਰ੍ਹਾਂ ਦਾ ਰਿਸ਼ਤਾ ਸੀ, ਸੰਬੰਧ ਸੀ, ਉਸ ਤਰ੍ਹਾਂ ਸਾਰਿਆਂ ਨੂੰ ਕਹਿ ਕੇ, ਸੁਣ ਕੇ, ਮਿਲ ਕੇ ਆਪ ਆਪਨੇ ਸਦਨ ਸਿਧਾਰੇ। ਇਸ ਤਰ੍ਹਾਂ ਫਿਰ ਸਾਰੇ ਆਪਣੇ ਆਪਣੇ ਘਰਾਂ ਵੱਲ ਚੱਲ ਪਏ ਹਨ। ਜਮੂ ਸਹਿਤ ਗੁਰ ਕੀ ਨਿਪਿਆਨਾ। ਮਹਿਮਾਂ ਦੇ ਮਾਲਕ, ਮੇਰੀਆਂ ਪੀਰੀਆਂ ਦੇ ਦਾਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ
अपनी सेना समेत प्रस्थान कीता है। धुंधब बजियो के घन गरजाना। इस तरह नगारे वजे जिवें बदलां दे विच गर्जन होंदी, भाव वड्डी आवाज़ वाले जयकारे ते नगारे गूंज पए हन। सकल कुटुंब संग मैं लीना। सारा परिवार महाराज जी ने अपने नाल लिया होया है। सने सने गुर चलबो कीना। इस तरह आहिस्ता आहिस्ता महाराज चल रहे हन। ते कोस नौ तारन तरन। 9 को दूरी भाई साहब भाई संतोख सिंह जी ने श्री तरनताਰਨ ਸਾਹਿਬ ਦੀ ਲਿਖੀ ਅੰਮ੍ਰਿਤਸਰ ਸਾਹਿਬ ਤੋਂ। ਔਰ ਜੇ ਅੱਜ ਦੇ ਹਿਸਾਬ ਨਾਲ ਕਿਲੋਮੀਟਰਾਂ ਨਾਲ ਲਿਖੀਏ ਤਾਂ ਦੇਖੀਏ ਤਾਂ 19 ਕਿਲੋਮੀਟਰ ਹੈ ਸ੍ਰੀ ਦਰਬਾਰ ਸਾਹਿਬ ਤੋਂ ਸ੍ਰੀ ਦਰਬਾਰ ਸਾਹਿਬ ਤਰਨਤਾਰਨ। ਲਗਭਗ 2.11 ਜੇ ਦੇਖੀਏ 2.11 ਕਿਲੋਮੀਟਰ ਦੇ ਹਿਸਾਬ ਨਾਲ ਇੱਕ ਕੋਹ ਜਿਹੜਾ ਨਾ ਉਹ ਬਣਦਾ ਹੈ। इस तरह 9 कोह की दूरी भाई साहब जी ने कोई 19 किलोमीटर जड़ा वो दूरी है श्री तरनताਰਨ साहिब दी दरबार साहिब अमृतसर तो। तीरथ पिखियो पाप गन हरन। सारे पापां दा नाश करने वाला तीरथ श्री तरनताਰਨ साहिब। अज भी उत्थे महाराज जी की कला वरतदी हुई दिखाई पैंदी है। सिख जगत के तमाम इतिहासक गुरु कालीन सरोवरां विचों सतगुरु जी का अपना बनाया होया सब तो वड्डा सरोवर श्री तरनताਰਨ साहिब। बहुत रोगां नूं निवारण वाला ये महान सिरमौर तीरथ है, तमाम पापां दा नाश करने वाला। पूरब दिस को डोरे पाए। इस तरह पूर्व वाले पासे डेरे लाए हन। बरन बरन के तंबू लाए। रंग बिरंगे सोहने तंबू लाए हुए हैं जेड़े उन्हां कोल हैगे हन। कर बिसराम जामनी टारी। इस तरह सारी रात महाराज जी ने विश्राम किया। पहले भी सतगुरु गुरु हरगोबिंद साहब इत्थे पधारे ने जदों उन्होंने चंदू नूं नत्थ पा के लियांदा सी ते इत्थे विश्राम किया। और फिर हुण जद वापस महाराज श्री अमृतसर साहिब तो मालवा देश वाल जा रहे ने तां फिर इत्थे विश्राम किया। वो महाराज जी की मंजी साहिब अस्थान मौजूद। हुणे हुणे मैं इत्थे आउण तो पहला ना बेदी साहिब करके उत्थे तरनताਰਨ साहिब निवास रखते हैं और धार्मिक एक्टिविटी बड़े अगे रहते। उन्होंने नाल मैं गल करके पूछया भी वो स्थान प्रॉपर कित्थे हैगा जिथे महाराज बैठे। तो फिर मैनूं उन्होंने दस्या भी दरबार साहब अमृतसर दियां परिक्रमां विच जिहड़ा दीवान हाल मंजी साहिब उहदे नाल ये स्थान मुकाम है जिथे महाराज जी ने आराम किया, रात भर टिके हैं ते फिर सवेरे उठे हन। उठ सतगुर सौ चुको इस तारी। तरह शरीरक क्रियावां पवित्रता स्नान आदि करके कर स्नान दे कर तन दान। बहुत दान आदक स्नान करके तैयार होके महाराज जी ने लोड़वंदां नूं दिता। श्री अर्जन को गए ते स्थान। फिर जिहड़ा मूल श्री दरबार साहिब तरनताਰਨ है जिहदे लहंदे पासे मौल सरी का बूटा लग्या होया वो महाराज जी दे बिराजण दा गुरु अर्जन देव जी का स्थान है। उत्थे फिर दरबार साहिब गुरु हरगोबिंद साहब महाराज आए हैं। हाथ जोड़ अरदास कराई। ते हाथ जोड़ के नमस्कारां कीतियां ते अरदास हुई महाराज जी दी। हाँ जी कर दिन शिव का मंगवाई। और फिर वंदना करके फिर महाराज जिया ने बाहर वार अपनी पालकी जिस विच बैठ के अगे जाना है मंगवा लई है। छड़ कर सतगुर पंथ पधारे। इस तरह पालकी ते विराजमान होके महाराज अगले रस्ते लई चल पए हन। संग चमू चल बजत नगारे। जिवें अमृतसर साहिब तो सेना नाल चली है जकारे ते नगारे गूंज रहे हैं।
ਫਿਰ ਇਸ ਤਰ੍ਹਾਂ ਹੀ ਜਿਵੇਂ ਕੋਈ ਸ਼ਹਿਨशाह ਚੜ੍ਹਾਈ ਕਰਦਾ ਹੈ, ਅੱਗੇ ਫੌਜ ਲੈ ਕੇ ਜਾਂਦਾ ਹੈ, ਉਸ ਤੋਂ ਵੀ ਕਈ ਗੁਣਾ ਵੱਧ ਸ਼ਾਨ ਹੈ ਮਹਾਰਾਜ ਜੀ ਦੀ। ਅਗਰ ਗ੍ਰੰਥ ਸਾਹਿਬ ਅਸਵਾਰੀ, ਤੇ ਸਭ ਤੋਂ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਵਾਰੀ ਹੈ। ਮਹਾਰਾਜ ਜੀ ਦਾ ਸਰੂਪ ਨਾਲ ਲੈ ਕੇ ਚੱਲ ਰਹੇ ਹਨ। ਚਾਰੂ ਚਮਰ ਟੋਰਤ ਦੁੱਤ ਭਾਰੀ, ਬਹੁਤ ਸੋਹਣਾ ਦੋਹਾਂ ਪਾਸਿਆਂ ਤੇ ਚਮਕਦਾਰ ਸੋਹਣੀ ਆਭਾ ਵਾਲੇ ਚੌਰ ਜਿਹੜੇ ਨੇ ਉਹ ਝੁੱਲ ਰਹੇ ਹਨ। ਪੀਛੇ ਸਭ ਕੁਟੰਬ ਮਗ ਚਾਲਤ, ਤੇ ਪਾਛੇ ਸਭ ਕੁਟੰਬ ਮਗ ਚਾਲਤ, ਸਾਰਾ ਪਰਿਵਾਰ ਮਹਾਰਾਜ ਜੀ ਦੇ ਸਿੱਖ ਸੇਵਕ ਸੰਗਤਾਂ ਚੱਲ ਰਹੇ ਹਨ। ਸ਼ਬਦ ਹੋਤ ਬੜ ਹੈ ਪਰ ਡਾਲਤ, ਔਰ ਇਸ ਤਰ੍ਹਾਂ ਦੇ ਨਾਲ ਜਦ ਘੋੜੇ ਉਹਨਾਂ ਦੇ ਜਿਹੜੇ ਸਾਹਮਣੇ ਪੈਰ ਚੁੱਕਦੇ ਨੇ ਰੱਖਦੇ ਨੇ, ਉਹ ਵੀ ਆਵਾਜ਼ ਸੁਣਾਈ ਪੈ ਰਹੀ ਹੈ। ਗਗਨ ਅਛਾਦੈ ਉੱਡ ਕਰ ਧੂਰ, ਮਹਾਰਾਜ ਜੀ ਦੀਆਂ ਸੈਨਾਵਾਂ ਜਦ ਲੰਘ ਰਹੀਆਂ ਨੇ, ਊਠ ਘੋੜੇ ਹਾਥੀ ਆਦਿਕ ਲੰਘ ਰਹੇ ਹਨ, ਤੇ ਫਿਰ ਬਹੁਤ ਧੂੜ ਜਿਹੜੀ ਹੈ ਉਹ ਦੂਰ ਤੱਕ ਥਾਂ ਪਵਿੱਤਰ ਹੋਵੇ। ਮਹਾਰਾਜ ਜੀ ਦੀਆਂ ਸੈਨਾਵਾਂ ਦੇ ਚਰਨਾਂ ਦੀ ਧੂੜ, ਸੰਗਤਾਂ ਦੇ ਚਰਨਾਂ ਦੀ ਧੂੜ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਲੰਘ ਰਹੇ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੀ ਧੂੜ ਹਵਾ ਉਸ ਨੂੰ ਦੂਰ ਦੂਰ ਤੱਕ ਲੈ ਜਾ ਰਹੀ ਕਿ ਬਹੁਤੇ ਇਲਾਕੇ ਵਿੱਚ ਇਹ ਅਕਸੀਰ ਬਰਸੇ ਤੇ ਇਲਾਕਾ ਦੂਰ ਤੱਕ ਪਵਿੱਤਰ ਹੋ ਜਾਏ। ਇੱਥੇ ਵੀ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦਾ ਆਲਾ ਦੁਆਲਾ, ਬਾਲ ਲੀਲਾ ਸਾਹਿਬ, ਕੰਗਣ ਘਾਟ ਸਾਹਿਬ, ਇਹ ਸਾਰੇ ਇਹਨਾਂ ਸਥਾਨਾਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਜਨਨੀ ਜਿਨ ਜਾਇਆ, ਸ੍ਰੀ ਮਾਤ ਨਾਨਕੀ ਸਾਹਿਬਾ ਤੇ ਮਾਤ ਗੁਜਰੀ ਸਾਹਿਬਾ ਜੀ ਦੇ ਚਰਨਾਂ ਦੀ ਧੂੜ ਬਿਰਾਜਮਾਨ ਹੈ। ਇਹਦਾ ਕਣ ਕਣ ਪਵਿੱਤਰ ਹੈ। ਮਹਾਰਾਜ ਜਿੱਧਰੋਂ ਲੰਘਦੇ ਨੇ ਉਹ ਥਾਂ ਪਵਿੱਤਰ ਹੋ ਜਾਂਦਾ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ। ਰਾਮ ਰਾਜੇ ਗੁਰ ਸਿੱਖੀ, ਸੋ ਥਾਨ ਭਾਲਿਆ ਲੈ ਧੂੜ ਮੁਖ ਲਾਵਾ। ਗੁਰਸਿੱਖ ਉਸ ਧੂੜ ਨੂੰ ਸਦਾ ਹੀ ਮਹਿਸੂਸ ਕਰਦੇ ਨੇ ਤੇ ਆਪਣਾ ਸੀਸ ਗੁਰੂ ਚਰਨਾਂ ਤੇ ਰੱਖ ਦਿੰਦੇ ਆ। ਇਸ ਤਰ੍ਹਾਂ ਹਵਾ ਉਸ ਧੂੜ ਨੂੰ ਦੂਰ ਦੂਰ ਤੱਕ ਲੈ ਜਾ ਰਹੀ ਹੈ, ਆਸਮਾਨਾਂ ਤੱਕ ਉਹ ਦਿਖਾਈ ਪੈ ਰਹੀ ਹੈ। ਮੰਦ ਤੇਜ ਤਿਸ ਤੇ ਹੋਏ ਸੂਰ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਸੈਨਾਵਾਂ ਦੇ, ਸੰਗਤਾਂ ਦੇ ਤੇ ਸਵਯੰ ਸਤਿਗੁਰੂ ਜੀ ਦੇ ਕਦਮਾਂ ਦੀ ਅਕਸੀਰ ਨਾਲ ਆਸਮਾਨ ਵੀ ਜਿਹੜਾ ਨਿਵਾਜਿਆ ਜਾ ਰਿਹਾ, ਤੇ ਮਾਨੋ ਸੂਰਜ ਵੀ ਅੱਖਾਂ ਥੋੜੀਆਂ ਖੋਲ ਕੇ ਦਰਸ਼ਨ ਕਰਦਾ। ਭਾਵ ਉਹਦਾ ਤੇਜ ਵੀ ਜਿਹੜਾ ਨਾ ਉਸ ਚਰਨ ਧੂੜ ਦੇ ਸਾਹਮਣੇ ਉਹ ਮੰਦ ਮੰਦ ਨਜ਼ਰ ਆ ਰਿਹਾ ਹੈ। ਚਲਤ ਬਾਹਨੇ ਪੰਕਤ ਕਰੈ, ਬੜੀ ਮਰਿਆਦਾ ਵਿੱਚ, ਬੜੇ ਤਰੀਕੇ ਨਾਲ ਲਾਈਨਾਂ ਵਿੱਚ ਮਹਾਰਾਜ ਜੀ ਦੀ ਸੈਨਾ ਚੱਲ ਰਹੀ ਹੈ। ਗ੍ਰਾਮ ਪੰਥ ਮੈਂ ਤ੍ਰਿਨ ਕ੍ਰਿਖ ਦਰੈ, ਔਰ ਇਸ ਤਰ੍ਹਾਂ ਦੇ ਨਾਲ ਪਿੰਡਾਂ ਵਿੱਚ ਉਹ ਲੰਘਦੇ ਜਾਂਦੇ ਨੇ ਤੇ ਘਾਹ ਆਦਿਕ ਜਿਹੜਾ ਨਾ ਉਹ ਘੋੜਿਆਂ ਦੇ ਚਰਨਾਂ ਨਾਲ ਦਲਿਆ ਵੀ ਜਾਂਦਾ। ਇਸ ਤਰ੍ਹਾਂ ਲੰਘ ਰਹੇ ਹਨ। ਤ੍ਰਿਣ ਕਾਸਟ ਛੀਨੈ ਜਹ ਡੇਰਾ, ਔਰ ਇਸ ਤਰ੍ਹਾਂ ਦੇ ਨਾਲ ਇਹ ਕੁਝ ਪੁਰਾਤਨ ਰਾਜਿਆਂ ਦੀ ਸੈਨਾਵਾਂ ਵਾਲਾ ਜ਼ਿਕਰ ਭਾਈ ਸਾਹਿਬ ਜੀ ਨੇ ਕੀਤਾ ਵੀ ਜਿਵੇਂ ਰਾਜੇ ਮਹਾਰਾਜੇ ਬਾਦਸ਼ਾਹਾਂ ਦੀ ਸੈਨਾ ਲੰਘਦੀ ਸੀ ਤੇ ਇਲਾਕੇ ਨੂੰ ਲੁੱਟਦੀ ਹੋਈ ਜਾਂਦੀ ਸੀ। ਕੋਈ ਅਮੀਰ ਵਜ਼ੀਰ ਉਹ ਛੱਡਦੇ ਨਹੀਂ ਸਨ, ਕੋਈ ਧਨਾੜ ਛੱਡਦੇ ਨਹੀਂ ਸਨ, ਕੋਈ ਸ਼ਾਹੂਕਾਰ ਛੱਡਦੇ ਨਹੀਂ ਸਨ। ਸਭ ਕੋਲੋਂ ਮਾਮਲੇ ਇਕੱਠੇ ਕਰਦੇ ਜਾਂਦੇ ਸਨ ਔਰ ਉਹਨਾਂ ਦੇ ਨੌਕਰ ਚਾਕਰ ਅਗਲਿਆਂ ਦੀਆਂ ਫਸਲਾਂ ਖੜੀਆਂ ਵੱਢ ਕੇ ਤੇ ਘੋੜਿਆਂ ਨੂੰ ਪਾ ਦਿੰਦੇ। ਪਰ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਦੀ ਸੈਨਾ ਤੇ ਬਾਦਸ਼ਾਹ ਦੀਆਂ ਸੈਨਾ ਨੇ ਕੀ ਮੁਕਾਬਲਾ ਕਰਨਾ ਹੈ, ਬੜੀ ਸਨੱਧਬੱਧ ਹੈ, ਪਰ ਕਿਸੇ ਦਾ ਨੁਕਸਾਨ ਨਹੀਂ ਕੀਤਾ ਜਾ ਰਿਹਾ, ਕੋਈ ਲੁੱਟ ਮਾਰ ਨਹੀਂ ਕੀਤੀ ਜਾ ਰਹੀ, ਸਗੋਂ ਸਭ ਨੂੰ ਬਰਕਤਾਂ ਦਿੰਦੀ ਹੋਈ ਮਹਾਰਾਜ ਜੀ ਦੀ ਇਹ ਸਵਾਰੀ ਜਾ ਰਹੀ ਹੈ। ਵਿਖੇ ਲੋਕ ਕਿਸ ਤਰ੍ਹਾਂ ਕਨੇਰਾ, ਕੁਝ ਲੋਕ ਐਸੇ ਨੇ ਜਿਹੜੇ ਗੁਰੂ ਘਰ ਦੇ ਦੁਖੀ ਵੀ ਨੇ। ਉਹ ਸੈਨਾ ਨੂੰ ਲੰਘਦੀ ਨੂੰ ਦੇਖ ਕੇ ਸਤਿਗੁਰੂ ਜੀ ਦਾ ਵੱਡਾ ਮੁਰਾਤਬਾ ਮਾਣ ਸਨਮਾਨ ਦੇਖ ਕੇ
ਤੇ ਹਿਰਦੇ ਵਿੱਚ ਸੜਦੇ ਵੀ ਨੇ, ਕੁੜਦੇ ਵੀ ਜ਼ਰੂਰ ਹੋਵਣਗੇ ਉਹ ਜਿਹੜੇ ਸਰਵਰੀਏ ਜਾਂ ਹੋਰ ਇਸ ਤਰ੍ਹਾਂ ਦੇ ਸਨ, ਗੁਰੂ ਘਰ ਦੇ ਦੁਖੀ ਸਨ, ਉਹ ਜ਼ਰੂਰ ਆਪਣੇ ਹਿਰਦੇ ਵਿੱਚ ਸੜਦੇ ਹਨ। ਪ੍ਰਜਾ ਕਿਧੋ ਹਾਕਿਮ ਸਹਸੈਨਾ। ਔਰ ਇਸ ਤਰ੍ਹਾਂ ਦੇ ਨਾਲ ਪ੍ਰਜਾ ਸੋਚਦੀ ਹੈ ਬਈ ਕੋਈ ਬਾਦਸ਼ਾਹ ਦੀ ਸੈਨਾ ਜਾ ਰਹੀ ਹੈ। ਜੇ ਬੇਮੁਖ ਮਹਿਮਾ ਸਮਝੈਨਾ। ਜਿਹੜੇ ਬੇਮੁਖ ਨੇ, ਭਾਈ ਸਾਹਿਬ ਜੀ ਨੇ ਖੁਲਾਸਾ ਵੀ ਕਰ ਦਿੱਤਾ ਵੀ ਜਿਹੜੇ ਬੇਮੁਖ ਨੇ ਉਹ ਸੜ ਰਹੇ ਨੇ, ਉਹ ਔਖੇ ਹੋ ਰਹੇ ਨੇ, ਉਹ ਮਹਾਰਾਜ ਜੀ ਦੀ ਵਡਿਆਈ ਨੂੰ ਨਹੀਂ ਸਮਝ ਰਹੇ। ਸੇ ਖੁਨ ਸਹਿ ਜਰੈ ਨ ਜਰੈ। ਉਹ ਜਿਹੜੇ ਨੇ ਅੰਦਰ ਖੁਣਸ ਖਾ ਰਹੇ ਨੇ, ਜਰੈ ਨਹਿ ਜਰੈ। ਭਾਈ ਸਾਹਿਬ ਜੀ ਨੇ ਇੱਕ ਪੰਕਤੀ ਵਿੱਚ 3 ਵਾਰੀ ਜਰੈ ਸ਼ਬਦ ਲਿਖ ਦਿੱਤਾ ਬਈ ਸੋ ਖੁਨ ਸਾਹੇ ਜਰੈ ਨਹਿ ਜਰੈ। ਉਹ ਅੰਦਰ ਖੁਣਸ ਖਾ ਰਹੇ ਨੇ, ਔਖੇ ਹੋ ਰਹੇ, ਬਰਦਾਸ਼ਤ ਨਹੀਂ ਕਰ ਰਹੇ, ਸੜਦੇ ਪਏ ਹਨ। ਮਨੋ ਖਾਰਤ ਹੈ ਨਿਜ ਜਰੈ। ਤੇ ਤੀਸਰਾ ਜਰੈ ਸ਼ਬਦ ਮਾਂ ਭਾਈ ਜੀ ਨੇ ਵਰਤਿਆ ਹੈ ਬਈ ਮਾਨੋ ਆਪਣੀਆਂ ਜੜ੍ਹਾਂ ਹੀ ਪੁੱਟਦੇ ਪਏ। ਪਹਿਲੇ ਜਰਨਾ ਬਰਦਾਸ਼ਤ ਕਰਨਾ, ਦੂਜਾ ਜਲਣਾ ਸਰਨਾ ਸੜ ਜਾਣਾ, ਤੇ ਤੀਜਾ ਜਰੈ ਸ਼ਬਦ ਦਾ ਭਾਵ ਹੈ ਆਪਣੀਆਂ ਜੜ੍ਹਾਂ ਪੁੱਟਦੇ ਪਏ। ਕਾਵ ਕਲਾ ਦੀ ਇਹ ਬੜੀ ਕੀਮਤੀ ਵੰਨਗੀ ਹੈ। ਸੋ ਖੁਨ ਸਾਹੇ ਜਰੈ ਨਹਿ ਜਰੈ, ਮਨੋ ਉਖਾਰਤ ਹੈ ਨਿਜ ਜਰੈ। ਆਪਣੀਆਂ ਜੜ੍ਹਾਂ ਪੁੱਟਦੇ ਪਏ ਹਨ। ਗੁਰੂ ਘਰ ਦਾ ਦੁਖੀ ਹੋਣਾ ਆਪਣੀਆਂ ਜੜ੍ਹਾਂ ਪੁੱਟਣ ਦੇ ਬਰਾਬਰ ਹੈ। ਵਿਖੇ ਪ੍ਰਤਾਪ ਮਹਾ ਬਲਵਾਰੇ। ਔਰ ਇਸ ਤਰ੍ਹਾਂ ਦੇਖਦੇ ਪਏ ਨੇ ਬਈ ਮਹਾਨ ਪ੍ਰਤਾਪ ਹੈ, ਵੱਡੇ ਬਲ ਵਾਲੇ ਸੈਨਿਕ ਹਨ, ਤੇ ਬਲ ਦਾ ਮਹਾਨ ਸਾਗਰ ਗੁਰੂ ਹਰਗੋਬਿੰਦ ਸਾਹਿਬ ਜੀ ਹਨ। ਕਹਿ ਕੈਨ ਸਤਰੂ ਗਨ ਮਾਰੇ। ਔਰ ਕੁਝ ਕਹਿੰਦੇ ਨੇ ਵੀ ਇਹਨਾਂ ਨੇ ਤਾਂ ਬੜੇ ਦੁਸ਼ਮਣ ਮਾਰ ਕੇ ਸੁੱਟ ਦਿੱਤੇ ਹਨ। ਹਰ ਜੋ ਅਰੇ ਚਹਿ ਸਮਤਾਈ। ਤੇ ਜਿਹੜਾ ਇਹਨਾਂ ਦੀ ਬਰਾਬਰੀ ਕਰਦਾ ਹੈ ਜਾਂ ਅੜਦਾ ਹੈ, ਹਾਂਜੀ, ਤੂਰਨ ਜਮ ਘਰ ਦੇਤ ਪਠਾਈ। ਇਹਨਾਂ ਦੀ ਸੈਨਾ ਇਤਨੀ ਤਾਕਤਵਰ ਹੈ ਵੀ ਜਿਹੜਾ ਇਹਨਾਂ ਨਾਲ ਜੰਗ ਪਾਉਂਦਾ ਹੈ ਉਹ ਸਿੱਧਾ ਜਮ ਲੋਕ ਪਹੁੰਚ ਜਾਂਦਾ ਹੈ। ਸਾਹੋ ਜਹਾਂ ਤੇ ਤਰਾਸ ਨਾ ਧਰੈ। ਕੁਝ ਜਿਹੜੇ ਉਸ ਪੱਖ ਦੇ ਨੇ ਉਹ ਕਹਿੰਦੇ ਨੇ ਇਹ ਤਾਂ ਬਾਦਸ਼ਾਹ ਸ਼ਾਹਜਹਾਨ ਤੋਂ ਵੀ ਨਹੀਂ ਡਰਦੇ, ਇਹ ਤਾਂ ਬਿਲਕੁਲ ਅਬੂ ਅਲ ਮੁਜ਼ੱਫਰ ਕਰਕੇ ਦਾ ਨਾਮ ਸੀ। ਅਜੂ ਅਲ ਮੁਜ਼ੱਫਰ ਸ਼ਹਾਬੁਦੀਨ ਸ਼ਹਿਨਸ਼ਾਹ ਇਹਦਾ ਪੂਰਾ ਨਾਮ ਸੀ। ਇਸ ਤੋਂ ਵੀ ਬਾਦਸ਼ਾਹ ਤੋਂ ਵੀ ਇਹ ਸਤਿਗੁਰੂ ਦੀ ਸੈਨਾ ਨਹੀਂ ਡਰਦੀ। ਸੈਨ ਅਸੰਖਨ ਸੋਲਰ ਪਰੈ। ਤੇ ਭਾਵੇਂ ਬਾਦਸ਼ਾਹ ਦੀ ਕਿੰਨੀ ਵੱਡੀ ਸੈਨਾ ਹੋਵੇ, ਅਬੂ ਅਲ ਮੁਜ਼ੱਫਰ ਸ਼ਹਾਬੁਦੀਨ ਸ਼ਹਿਨਸ਼ਾਹ ਦੀ, ਸ਼ਾਹਜਹਾਨ ਦੀ ਕਿੰਨੀ ਵੱਡੀ ਸੈਨਾ ਹੋਵੇ, ਇਹ ਕਿਸੇ ਦਾ ਭੈ ਨਹੀਂ ਰੱਖਦੇ। ਸਪਤ ਹਜ਼ਾਰ ਹਤੇ ਇੱਕ ਬਾਰੀ। ਇੱਕ ਵਾਰੀ ਇਹਨਾਂ ਨੇ 7000 ਸੈਨਾ ਚੜ ਕੇ ਅੰਮ੍ਰਿਤਸਰ ਆਈ ਸੀ ਤੇ ਉਹ ਸਾਰੀ ਸੰਘਾਰ ਦਿੱਤੀ ਸੀ। ਉਨੈ ਦੁਗਨ ਇਸ ਤੇ ਸੰਘਾਰੀ। ਤੇ ਅਗਲੀ ਵਾਰੀ ਸ੍ਰੀ ਹਰਗੋਬਿੰਦਪੁਰ ਦੇ ਮੁਕਾਮ ਰੋਹਿਲਾ ਨਗਰ, ਜਿਸ ਦਾ ਨਾਮ ਸੀ ਸ੍ਰੀ ਹਰਗੋਬਿੰਦਪੁਰ ਸਾਹਿਬ, ਟਾਂਡੇ ਤੋਂ ਬਟਾਲੇ ਨੂੰ ਜਾਈਏ ਤੇ ਰਸਤੇ ਵਿੱਚ ਪੈਂਦਾ। ਉਹ ਜਿਹੜਾ ਪਾਵਨ ਅਸਥਾਨ ਹੈ, ਉੱਥੇ ਜਦ ਪਹਿਲੇ ਜੰਗ ਤੋਂ ਦੂਜੀ ਜੰਗ ਵਿੱਚ ਡਬਲ ਸੈਨਾ, ਪਹਿਲੇ 7000 ਸੈਨਾ ਇਹਨਾਂ ਦੇ ਹੱਥੋਂ ਮਾਰੀ ਗਈ ਤੇ ਦੂਜੇ ਵਿੱਚ 14000 ਸੈਨਾ ਚੜ ਕੇ ਆਈ ਤੇ ਘਾਣ ਕਰਵਾ ਕੇ ਗਈ। ਰਿਓ ਸਹੋਰਨ ਤੇ ਧਰ ਸੰਕਾ। ਬਾਦਸ਼ਾਹ ਵੀ ਇਹਨਾਂ ਕੋਲੋਂ ਜੰਗ ਵਿੱਚ ਡਰਦਾ ਹੈ ਬਈ ਕਿਤੇ ਇਹ ਨਾ ਹੋਵੇ ਸਾਰੀ ਸੈਨਾ ਹੀ ਮਾਰ ਦੇਣ। 2 ਵਾਰੀ ਤਾਂ ਕੋਈ ਬਚ ਕੇ ਨਹੀਂ ਆਇਆ, ਭੈਭੀਤ ਹੁੰਦਾ ਹੈ। ਇਹ ਨਾ ਮਿਟਿਓ ਵੀਰ ਬਰ ਬੰਕਾ। ਪਰ ਇਹ ਵੱਡੇ ਮਹਾਨ ਸੋਹਣੇ ਸੂਰਬੀਰ ਹਨ, ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰਉਪਕਾਰੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿਸੇ ਬਾਦਸ਼ਾਹ ਜਾਂ ਉਸ ਦੀ ਸੈਨਾ ਤੋਂ ਨਹੀਂ ਡਰਦੇ। ਪ੍ਰਥਮ ਪੰਚ ਗੁਰ ਸ਼ਾਂਤ ਸਰੂਪ। ਤੇ ਫਿਰ ਇਹ ਵੀ ਗੱਲਾਂ ਕਰਦੇ ਨੇ ਵੀ ਇਹਨਾਂ ਤੋਂ ਪਹਿਲੇ ਜਿਹੜੇ 5 ਗੁਰੂ ਹੋਏ ਹਨ, 5 ਜਾਮੇ ਹੋਏ ਹਨ, ਉਹ ਤੇ ਸ਼ਾਂਤ ਸਰੂਪ ਸਨ। ਪਹਿਲੇ ਗੁਰੂ ਨਾਨਕ ਤੇ ਕੀਰਤਨ ਤੋਂ ਬਿਨਾਂ ਦੂਜੀ ਗੱਲ ਹੀ ਨਹੀਂ ਕਰਦੇ ਸਨ। ਤੇ ਗੁਰੂ ਅੰਗਦ ਦੇਵ ਤਾਂ 6 ਮਹੀਨੇ ਗੁਰਤਾ ਤੇ ਬਿਰਾਜਣ ਤੋਂ ਬਾਅਦ ਕਿਸੇ ਦੇ ਸਾਹਮਣੇ ਵੀ ਨਹੀਂ ਆਏ।
ਤੇ ਇਹਨਾਂ ਦੇ ਤੀਜੇ ਗੁਰੂ ਤਾਂ ਲੰਗਰ ਬਣਾਉਂਦੇ ਸਨ, ਲੰਗਰ ਵਰਤਾਉਂਦੇ ਸਨ, ਸੇਵਾ ਕਰਦੇ ਸਨ। ਇਸੇ ਤਰ੍ਹਾਂ ਚੌਥੇ ਸਤਿਗੁਰੂ ਉਹ ਵੀ ਸੇਵਾ ਵਿੱਚ ਲੱਗੇ ਰਹਿੰਦੇ। ਤੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਤਾਂ ਲੋਹ ਤੇ ਬੈਠ ਕੇ ਵੀ ਸ਼ਾਂਤੀ ਦਾ ਪੱਲਾ ਨਹੀਂ ਛੱਡੇ। ਉਹ ਸ਼ਾਂਤ ਸਰੂਪ ਸਨ। ਪੰਜੇ ਹੀ ਪਾਰੇ ਛੇਵੇਂ ਜਿਹੜੇ ਹਨ ਏ ਧਰ ਸ਼ਸਤਰ ਭਇਓ ਬੜ ਭੂਪ। ਉਹਨਾਂ ਨੇ ਇਸ ਤਰ੍ਹਾਂ ਨਾਲ ਜੰਗ ਕੀਤਾ, ਵੱਡੇ ਤੋਂ ਵੱਡਾ ਜ਼ੁਲਮ ਸਹਿ ਲਿਆ, ਮਿੱਠਪਾ ਮਿੱਠ ਬੋਲੜਾ ਪੰਨ ਛੱਡਿਆ ਨਹੀਂ। ਪਰ ਇਹ ਤਾਂ ਚੰਗਾ ਨਵਾਂ ਗੁਰੂ ਬਣਿਆ। ਇਹ ਤਾਂ ਸ਼ਸਤਰ ਧਾਰੀ ਹਨ ਤੇ ਵੱਡੇ ਬਾਦਸ਼ਾਹ ਬਣੇ ਫਿਰਦੇ ਹਨ। ਯੋਧਾ ਮਹਾਕਰਨ ਸੰਗਰਾਮ। ਤੇ ਬੜੇ ਬੜੇ ਤਕੜੇ ਵੱਡੇ ਯੋਧੇ ਜੰਗ ਕਰਨ ਵਾਸਤੇ ਨਾਲ ਰੱਖੇ ਹੋਏ। ਬਾਦਸ਼ਾਹ ਦੀ ਸੈਨਾ ਇਹਨਾਂ ਦੀ ਸੈਨਾ ਦੇ ਸਾਹਮਣੇ ਫਿੱਕੀ ਪੈ ਜਾਂਦੀ ਹੈ। ਦੰਡ ਪ੍ਰਚੰਡ ਦੀਨ ਬਲ ਧਾਮੋ। ਔਰ ਇਸ ਤਰ੍ਹਾਂ ਦੇ ਨਾਲ ਬੜੇ ਪ੍ਰਚੰਡ ਹਨ, ਪ੍ਰਚੰਡ ਦੰਡ ਦਿੰਦੇ ਹਨ ਤੇ ਬਲ ਦਾ ਸਾਗਰ, ਬਲ ਦਾ ਮਰਕਜ਼ ਹਨ। ਟੀਲ ਦਰਾਜ ਨ ਦੂਸਰ ਕੋਈ। ਫਿਰ ਇਹਨਾਂ ਵਰਗਾ ਉੱਚਾ ਲੰਮਾ ਜਵਾਨ ਵੀ ਹੋਰ ਕੋਈ ਨਹੀਂ ਹੈਗਾ। ਬੜੀ ਦੀਰਘ ਡੀਲ ਦੇ ਮਾਲਕ ਹਨ। ਬਲ ਅਰ ਸਕਤ ਕਹਾਂ ਸਮ ਹੋਈ। ਇਹਨਾਂ ਵਰਗਾ ਬਲ, ਇਹਨਾਂ ਵਰਗੀ ਸ਼ਕਤੀ ਕਿਸੇ ਕੋਲ ਹੈ ਨਹੀਂ। ਇਹਨਾਂ ਦੇ ਬਰਾਬਰ ਕੋਈ ਕਿਵੇਂ ਹੋ ਸਕਦਾ ਹੈ। ਸੁੰਦਰ ਮੁਖ ਮੰਡਲ ਦਰਸੰਤਾ। ਮਹਾਨ ਸੁੰਦਰਤਾ ਦਾ ਪੁੰਜ ਇਹਨਾਂ ਦਾ ਮੁਖੜਾ ਹੈ। ਜਿਹੜਾ ਦੇਖਦਾ ਹੈ ਦੇਖਦਾ ਹੀ ਰਹਿ ਜਾਂਦਾ ਹੈ। ਧੀਰਜ ਬੀਰਜ ਧੀਰਜ ਬੰਤਾ। ਧੀਰਜਵੰਤ ਵੀ ਨੇ ਤੇ ਬਹੁਤ ਵੱਡੇ ਬਲ ਦੇ ਵੀ ਮਾਲਕ ਹਨ। ਇਤਿਆਦਿਕ ਕੈ ਆਪਸ ਮਾਹੀ। ਇਸ ਤਰ੍ਹਾਂ ਆਪਸ ਵਿੱਚ ਵਿਰੋਧੀ ਲੋਕ ਗੱਲਾਂ ਕਰਦੇ। ਇਹਦਾ ਮਤਲਬ ਹੈ ਭਾਵੇਂ ਇਹਨਾਂ ਦੀ ਕੋਈ ਮਜਬੂਰੀ ਹੋਵੇਗੀ ਵਿਰੋਧ ਕਰਨ ਦੀ, ਪਰ ਮਹਾਰਾਜ ਜੀ ਦੇ ਗੁਣਾਂ ਨੂੰ ਤਾਂ ਇਹ ਵੀ ਮੰਨਦੇ ਬਈ ਇਹ ਵੱਡਾ ਧੀਰਜ ਵਾਲਾ ਹਿਰਦਾ ਹੈ, ਵੱਡੀ ਸੈਨਾ ਹੈ। ਸ਼ਾਹਜਹਾਨ ਦੀ ਸੈਨਾ ਨੂੰ ਕੱਖ ਸਮਝਦੀ ਨਹੀਂ, ਪਰਵਾਹ ਕਿਸੇ ਦੀ ਕਰਦੇ ਨਹੀਂ, ਕਦੇ ਕਿਸੇ ਤੋਂ ਡਰਦੇ ਨਹੀਂ ਤੇ ਵਧੀਕੀ ਕਦੀ ਕਰਦੇ ਨਹੀਂ। ਇਸ ਤਰ੍ਹਾਂ ਜਿਹੜੀਆਂ ਆਪਸ ਵਿੱਚ ਗੱਲਾਂ ਕਰ ਰਹੇ ਹਨ। ਨਿਜ ਘਰ ਦਬ ਕੈ ਨਿਕਸੈ ਨਾਹੀ। ਔਰ ਇਸ ਤਰ੍ਹਾਂ ਦੇ ਨਾਲ ਬੜਾ ਸੋਹਣਾ ਭਾਈ ਸਾਹਿਬ ਜੀ ਨੇ ਇਹਨਾਂ ਪੰਕਤੀਆਂ ਵਿੱਚ ਲਿਖਿਆ ਹੈ ਬਈ ਨਿਜ ਘਰ ਦਬ ਕੈ। ਇਹਨਾਂ ਦੇ ਸਾਹਮਣੇ ਜਿਹੜੇ ਦੁਖੀ ਨੇ ਉਹ ਜਦੋਂ ਇਹ ਲੰਘਦੇ ਨੇ ਤੇ ਆਪਣੇ ਘਰ ਵਿੱਚ ਹੀ ਛੁਪੇ ਰਹਿੰਦੇ, ਦੁਬਕ ਜਾਂਦੇ ਹਨ, ਬਾਹਰ ਨਹੀਂ ਨਿਕਲਦੇ। ਚਲਿਓ ਜਾਏ ਇੱਕ ਦਿਨ ਹੀ ਰਹੈ। ਤੇ ਮਨ ਵਿੱਚ ਸੋਚਦੇ ਨੇ ਵੀ ਅੰਦਰ ਵੜ ਕੇ ਹੀ ਟਾਈਮ ਪਾਸ ਕਰ ਲਓ। ਸਾਧ ਸੰਗਤ ਭਾਗ ਨਾ ਹੋਵੇ ਤੇ ਗੁਰੂ ਦਾ ਦੀਦਾਰ ਨਹੀਂ ਆਉਂਦਾ। ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਪੂਰਵਲੇ ਕਰਮਾਂ ਦਾ ਅੰਕੁਰ ਨਾ ਪ੍ਰਗਟ ਹੋਵੇ, ਅੰਗੂਰ ਨਾ ਫੁੱਟੇ ਤੇ ਗੁਰੂ ਦਾ ਦੀਦਾਰ ਨਹੀਂ ਆਉਂਦਾ। ਮੰਦ ਭਾਗੇ ਨੇ ਜਿਹੜੇ ਬੂਹੇ ਬੰਦ ਕਰਕੇ ਕਹਿੰਦੇ ਦੁਬਕ ਕੇ ਆਪਣਾ ਸਮਾਂ ਕੱਢ ਲਓ। ਇਹਨਾਂ ਦੇ ਸਾਹਮਣੇ ਜੇ ਅੜ ਪਏ ਤਾਂ ਸਾਡੀ ਖੈਰ ਨਹੀਂ ਹੈ। ਦੱਬ ਕੇ ਮਹਾਰਾਜ ਕਿਸੇ ਨੂੰ ਨਹੀਂ ਦਬਾ ਰਹੇ, ਇਹ ਆਪ ਹੀ ਡਰਦੇ ਫਿਰਦੇ ਨੇ। ਕਿਉਂਕਿ ਦੁਰਤ ਗਏ ਤੇ ਭਾਗ ਪਾਪ ਤਿੰਨ ਭੀਤਰ ਕੰਪੈ। ਉਹਨਾਂ ਦੇ ਪਾਪ ਕੰਬਦੇ ਹਨ। ਇਸ ਲਈ ਕੁਝ ਲੁਕ ਕੇ ਕਹਿੰਦੇ ਨੇ ਕੋਈ ਗੱਲ ਨਹੀਂ, ਜੇ 2-4 ਦਿਨ ਜਾਂ 1 ਦਿਨ ਇਹਨਾਂ ਰਹਿਣਾ ਫਿਰ ਚਲੇ ਜਾਣਾ, ਤੇ ਉਹ ਸਮਾਂ ਅੰਦਰ ਬੂਹੇ ਬੰਦ ਕਰਕੇ ਵੜ ਕੇ ਹੀ ਕੱਢ ਲਵੋ। ਜਾਤੇ ਨ ਕਠੋਰ ਕੋ ਕਹੈ। ਇਸ ਕਰਕੇ ਕੋਈ ਮਹਾਰਾਜ ਜੀ ਦੇ ਸਾਹਮਣੇ ਉੱਚਾ ਨਹੀਂ ਬੋਲਦਾ। ਹੋਏ ਨੁਕਸਾਨ ਸੀਸ ਸਹਿ ਲੇਤ। ਫਿਰ ਇਹਨਾਂ ਦਾ ਸੁਭਾਅ ਹੈਗਾ ਵੀ ਜੇ ਕੋਈ ਨੁਕਸਾਨ ਹੋਵੇ ਤੇ ਆਪਣੇ ਤੇ ਜਰ ਲੈਂਦੇ, ਆਪਣੇ ਤੇ ਲੈ ਲੈਂਦੇ ਹਨ। ਨਹਿ ਬਿਗਰੈ ਸਮਝੈ ਮ੍ਰਿਤੁ ਹੇਤ। ਔਰ ਇਸ ਤਰ੍ਹਾਂ ਦੇ ਨਾਲ ਨੇ ਬਿਗਰੈ ਬਹੁਤ ਸਾਰੇ ਜਿਹੜੇ ਵਿਰੋਧੀ ਨੇ ਉਹ ਵੀ ਜੇ ਆਪਣਾ ਕੋਈ ਨੁਕਸਾਨ ਹੁੰਦਾ ਹੋਵੇ ਸਹਿ ਲੈਂਦੇ ਤੇ ਡਰਦੇ ਸਾਹਮਣੇ ਨਹੀਂ ਆਉਂਦੇ ਵੀ ਇਹਨਾਂ ਨਾਲ ਵਿਗਾੜ ਨਾ ਪਵੇ, ਮਤਲਬ ਸਾਡੀ ਮੌਤ ਦਾ ਕਾਰਨ ਬਣ ਜਾਵੇ। ਇਸ ਪ੍ਰਕਾਰ ਗਮਨਹਿ ਸਭ ਸੈਨਾ। ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਦੀ ਸੈਨਾ ਅੱਗੇ ਜਾ ਰਹੀ, ਭਾਵ ਸਫ਼ਰ ਤੈਅ ਕਰ ਰਹੇ ਹਨ। ਮਗ ਮੈਂ ਬਸੇ ਚਲਤ ਦੋਏ ਰਹਿਨੋ। ਰਸਤੇ ਵਿੱਚ 2 ਰਾਤਾਂ ਟਿਕਾਣਾ ਕਰਕੇ ਅੱਗੇ ਜਾ ਗਏ ਹਨ। ਪਾਏ ਸੁਧ ਸਾਈਂ ਦਾਸ। ਤੇ ਜਦ ਸਾਈਂ ਦਾਸ ਜੀ ਨੂੰ ਨਗਾਰੇ ਵੱਜਣ ਦੀ ਆਵਾਜ਼ ਸੁਣਾਈ ਪੈਣ ਲੱਗ ਪਈ,
ਜੈ ਜੈਕਾਰ ਦੇ ਜੈਕਾਰਿਆਂ ਦੀ ਧੁਨ ਸੁਣਾਈ ਪੈਣ ਲੱਗ ਪਈ। ਉਹਨੇ ਦੇਖਿਆ ਬਈ ਕੁੱਲ ਆਲਮ ਦੇ ਮਾਲਕ, ਵਾਲੀਏ ਕੁੱਲ ਜਹਾਨ, ਮੇਰੀਆਂ ਪੀਰੀਆਂ ਦੇ ਦਾਤੇ, ਅਜੀਮੁਲ ਸ਼ਾਨ ਜਿਨ੍ਹਾਂ ਦੇ ਕਦਮਾਂ ਦੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਪਧਾਰ ਰਹੇ ਹਨ। ਪਹਿਲਾਂ ਉਸ ਨੂੰ ਇਹ ਖਬਰ ਪ੍ਰਾਪਤ ਹੋਈ ਤੇ ਆਗਮਨ ਪਾਇਓ ਸੁਖ ਰਾਸ, ਤੇ ਸਾਰੇ ਸੁੱਖਾਂ ਦੇ ਮੂਲ, ਸੁੱਖਾਂ ਦੇ ਖਜ਼ਾਨੇ, ਸੁੱਖਾਂ ਦੇ ਸਾਗਰ, ਸੁੱਖਾਂ ਦੇ ਦਾਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਸ਼ਰੀਫ ਆਵਰੀ ਹੋਈ ਹੈ। ਜਮੂ ਸਰਬ ਪਰਿਵਾਰ ਸਮੇਤ, ਸਾਰੀ ਸੈਨਾ ਤੇ ਸਾਰੇ ਪਰਿਵਾਰ, ਸਾਰੀਆਂ ਸੰਗਤਾਂ, ਨਿਕਟਵਰਤੀਆਂ ਸਿੱਖਾਂ ਮਸੰਦਾਂ ਸਮੇਤ ਮਹਾਰਾਜ ਜੀ ਦੇ ਚਰਨ ਪੈ ਰਹੇ ਹਨ। ਇਹਨਾਂ ਦਾ ਰੋਮ ਰੋਮ ਰਸ ਨਾਲ ਭਰ ਗਿਆ। ਨਿਕਟ ਪਹੁੰਚੇ ਕਿਰਪਾ ਨਿਕੇਤ, ਇਸ ਤਰ੍ਹਾਂ ਕਿਰਪਾ ਦੇ ਘਰ, ਕਿਰਪਾ ਸਦਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੇਖਿਆ ਨੇੜੇ ਆ ਗਏ ਹਨ। ਲੈ ਨਰ ਸੰਗ ਆਏ ਅਗਵਾਈ, ਬਹੁਤ ਸਾਰੇ ਸਿੱਖ ਸੰਗਤਾਂ ਜੋ ਇੰਤਜ਼ਾਰ ਕਰ ਰਹੀਆਂ ਸਨ, ਉਹਨਾਂ ਨੂੰ ਨਾਲ ਲੈ ਕੇ ਮਹਾਰਾਜ ਜੀ ਦੀ ਅਗਵਾਈ ਕਰਨ ਵਾਸਤੇ, ਨਮਸਕਾਰ ਕਰਨ ਵਾਸਤੇ, ਸਵਾਗਤ ਲਈ ਆਏ ਹਨ। ਸਿਓ ਸਦਨ ਆਨੰਦ ਸਮੁਦਾਈ, ਮਚੇਰਾ ਸਭ ਦਾ ਖਿੜਿਆ ਹੋਇਆ, ਘਰਾਂ ਵਿੱਚ ਖੁਸ਼ੀਆਂ ਵਰਤ ਰਹੀਆਂ ਹਨ, ਸਭ ਨੂੰ ਆਨੰਦ ਦਾ ਅਨੁਭਵ ਹੋ ਰਿਹਾ ਹੈ। ਸਰਦਿੰਦ ਹਰ ਗੋਬਿੰਦ ਓਰਾ, ਬਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮਸਤਕ, ਚਿਹਰਾ ਇਸ ਤਰ੍ਹਾਂ ਲੱਗਦਾ ਜਿਵੇਂ ਸਰਦ ਪੂਰਨਮਾਸ਼ੀ ਦਾ ਪੂਰਾ ਚੰਨ ਹੁੰਦਾ। ਇਹ ਮਜਬੂਰੀ ਹੈ ਕਵੀ ਜਨਾਂ ਦੀ, ਕਿਉਂਕਿ ਚੰਦ ਵਿੱਚ ਤਾਂ ਦਾਗ ਹੁੰਦੇ ਨੇ। ਸਤਿਗੁਰੂ ਜੀ ਦੇ ਚਿਹਰੇ ਨੂੰ ਚੰਦ ਵਰਗਾ ਤਾਂ ਨਹੀਂ ਆਖਿਆ ਜਾ ਸਕਦਾ, ਪਰ ਮਜਬੂਰੀ ਹੈਗੀ ਹੈ ਬਈ ਚੰਨ ਵਰਗਾ ਸੋਹਣਾ ਚਿਹਰਾ ਹੈਗਾ, ਚਮਕ ਰਿਹਾ ਹੈ। ਉਹ ਚਾਨਣੀ ਤੋਂ ਇਹ ਰੂਪਕ ਲਿਆ ਗਿਆ ਬਈ ਸੋਹਣਾ ਚਿਹਰਾ ਚਮਕਦਾ ਹੋਇਆ। ਵਰਨਾ ਮੈਂ ਅਰਜ਼ ਕਰਾਂ, ਸਤਿਗੁਰੂ ਜੀ ਦਾ ਜਿਹੜਾ ਦੀਦਾਰ ਹੈ ਨਾ, ਕਰੋੜਾਂ ਚੰਨ ਉਹਦੇ ਸਾਹਮਣੇ ਫਿੱਕੇ ਪੈ ਜਾਂਦੇ, ਕਰੋੜਾਂ ਸੂਰਜਾਂ ਦਾ ਪ੍ਰਤਾਪ ਫਿੱਕਾ ਪੈ ਜਾਂਦਾ। ਹਰ ਜੈਸਾ ਤੈਸਾ ਉਹੀ ਉਦਾਹਰਣ ਦਿੱਤੀ ਹੀ ਨਹੀਂ ਜਾ ਸਕਦੀ। ਰਹੋ ਹਰਖ ਗੁਣ ਗਾਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਿਹਰੇ ਨੂੰ ਭਾਵੇਂ ਕਵੀ ਜਨਾਂ ਨੇ ਪੂਰਨਮਾਸ਼ੀ ਦੇ, ਸਰਦ ਪੂਰਨਮਾਸ਼ੀ ਦੇ ਚੰਦਰਮੇ ਵਰਗਾ ਆਖਿਆ ਹੈ, ਪਰ 100 ਚੰਦ ਮੁਕਾਬਲਾ ਥੋੜੀ ਕਰ ਸਕਦੇ। ਉਹਨਾਂ ਦੀ ਆਬਾ ਆਪਣੀ ਹੈ, ਮਹਾਨਤਾ ਪ੍ਰਤਿਭਾ ਆਪਣੀ ਹੈ। ਕਰਿਓ ਚਕੋਰਨ ਕੋ ਦ੍ਰਿਗ ਜੋਰਾ, ਜਿਸ ਤਰ੍ਹਾਂ ਪੂਰਨਮਾਸ਼ੀ ਦੇ, ਸਰਦ ਪੂਰਨਮਾਸ਼ੀ ਦੇ ਚੰਦਰਮੇ ਨੂੰ ਚਕੋਰ ਇੱਕ ਟੱਕ ਦੇਖਦਾ ਹੈ, ਇਸ ਤਰ੍ਹਾਂ ਸਿੱਖ ਸੰਗਤਾਂ, ਭਾਈ ਸਾਈਂ ਦਾਸ, ਬੀਬੀ ਰਾਮੋਣ ਜੀ ਆਦਿਕ ਇੱਕ ਟੱਕ ਮਹਾਰਾਜ ਜੀ ਦਾ ਦੀਦਾਰ ਪਹੁੰਚ ਰਹੇ ਹਨ। ਨਮੋ ਗ੍ਰੰਥ ਜੀ ਕਰ ਤਰ ਭਾਵਾ, ਇਸ ਤਰ੍ਹਾਂ ਸਭ ਤੋਂ ਪਹਿਲਾਂ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਹੈ, ਬੜੇ ਭਾਵ ਨਾਲ ਨਮਸਕਾਰ ਕੀਤੀ ਹੈ। ਪਿਖ ਚਰਨਾਰ ਬਿੰਦ ਉਤੇ ਲਾਵਾ, ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵੱਲ ਦਰਸ਼ਨ ਕਰਕੇ ਤੇ ਝਟਪਟ ਆ ਗਏ ਹਨ। ਕਹਿ ਰਕਾਬ ਕੋ ਸਿਰ ਪਰ ਧਾਰੇ, ਝੁਕ ਕੇ ਤੇ ਮਹਾਰਾਜ ਜੀ ਦਾ ਚਰਨ ਰਕਾਬ ਸਮੇਤ ਆਪਣੇ ਸੀਸ ਤੇ ਰੱਖਿਆ। ਭਾਈ ਸਾਈਂ ਦਾਸ ਜੀ ਮਸਤਕ ਤੇ ਲਗਾਇਆ ਤੇ ਨੇਤਰਾਂ ਵਿੱਚੋਂ ਜਲ ਜਾ ਰਿਹਾ ਬੈਰਾਗ ਦਾ ਕਿ ਬੜੀ ਦੇਰ ਬਾਅਦ ਦਰਸ਼ਨ ਹੋ ਰਹੇ। ਭਾਵੇਂ ਬਹੁਤੀ ਦੇਰ ਨਹੀਂ ਹੋਈ, ਦਰਬਾਰ ਸਾਹਿਬ ਆ ਜਾਂਦੇ ਨੇ, ਦਰਸ਼ਨ ਕਰਕੇ ਛੇਤੀ ਵਾਪਸ ਆਏ ਨੇ, ਛੇਤੀ ਛੇਤੀ ਦਰਸ਼ਨ ਕਰਦੇ ਨੇ, ਪਰ ਫਿਰ ਵੀ ਹਾਲਤ ਬਿਰਹਾ ਵਾਲੀ ਹੈ ਨਾ। ਚਾਰ ਪਹਿਰ ਚੌ ਜੁਗੈ ਸਮਾਨੇ, ਰੈਣ ਭਈ ਤਬ ਅੰਤ ਨਾ ਜਾਣੇ। ਪਤਾ ਨਹੀਂ ਕਿਤਨੇ ਯੁੱਗਾਂ ਵਰਗੀ ਰਾਤ ਹੁੰਦੀ, ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ। ਹੁਣ ਕਦ ਮਿਲੀਏ ਪ੍ਰਿਯ ਤੁਧ ਭਗਵੰਤਾ, ਮੋਹਿ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ। ਇਹ ਬਿਰਹੋ ਕੁੰਟੇ ਹਿਰਦੇ ਦੀ ਹਾਲਤ ਬਣ ਜਾਂਦੀ। ਇਸ ਲਈ ਜਦ ਮਹਾਰਾਜ ਜੀ ਦੇ ਸ੍ਰੀ ਚਰਨ ਕਮਲਾਂ ਦਾ ਸਪਰਸ਼ ਭਾਈ ਸਾਈਂ ਦਾਸ ਜੀ ਦੇ ਮਸਤਕ ਤੇ ਹੋਇਆ ਤੇ ਬਿਰਹੋ ਦਾ ਜਲ ਨੇਤਰਾਂ ਵਿੱਚੋਂ ਪ੍ਰਗਟ ਹੋ ਗਿਆ।
ਆਨੰਦ ਨੀਰ ਬਿਲੋਚਨ ਕੋ ਡਾਰੇ ਆਨੰਦ ਨੀਰ ਆਨੰਦਮਈ ਆਂਸੂ ਨਿਕਲਦੇ ਪਏ ਹਨ ਨੇਤਰਾਂ ਤੋਂ। ਜਨ ਸੁਨਿਆਰ ਆਤਮ ਗਿਆਨਾ ਇਸ ਤਰ੍ਹਾਂ ਦੇ ਨਾਲ ਬਹੁਤ ਪਿਆਰ ਸਤਿਗੁਰੂ ਜੀ ਦਾ ਤੇ ਆਤਮ ਗਿਆਨ ਬ੍ਰਹਮ ਗਿਆਨ ਚਿਰ ਕੇ ਵਿਛਰੇ ਕੀਨ ਮਿਲਾਨਾ। ਇਸ ਤਰ੍ਹਾਂ ਅਨੁਭਵ ਹੋ ਰਿਹਾ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਤਮ ਗਿਆਨ ਜਿਵੇਂ ਬ੍ਰਹਮ ਗਿਆਨ ਦਾ ਮੇਲ ਹੈ, ਇਸ ਤਰ੍ਹਾਂ ਚਿਰ ਤੋਂ ਵਿਛੜਿਆ ਹੋਇਆ ਪ੍ਰਾਪਤ ਹੋਇਆ ਹੈ। ਸਤਿਗੁਰ ਬੂਝੀ ਕੁਸਲ ਬਤਾਈ ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛਿਆ ਬਈ ਸਾਈਂ ਦਾਸ ਜੀ ਸਭ ਚੜ੍ਹਦੀ ਕਲਾ ਹੈ, ਠੀਕ ਠਾਕ ਹੋ? ਜਦੇ ਮਹਾਰਾਜ ਜੀ ਨੇ ਬਚਨ ਆਖੇ ਤੇ ਭਾਈ ਸਾਈਂ ਦਾਸ ਜੀ ਦੇ ਨੇਤਰਾਂ 'ਚ ਫਿਰ ਮੋਟੇ ਮੋਟੇ ਆਂਸੂਆਂ ਦੀ ਧਾਰਾ ਵਗ ਤੇ ਆਖਿਆ ਸੱਚੇ ਪਾਤਸ਼ਾਹ ਜਿਸ ਦੇ ਮਸਤਕ ਤੇ ਆਪ ਦੇ ਚਰਨ ਲੱਗ ਜਾਵਣ ਫਿਰ ਉਹਦੀ ਚੜ੍ਹਦੀ ਕਲਾ ਕੌਣ ਰੋਕ ਸਕਦਾ ਹੈ? ਜਿਹਨੂੰ ਤੁਹਾਡੇ ਚਰਨਾਂ ਦਾ ਸਪਰਸ਼ ਪ੍ਰਾਪਤ ਹੋ ਜਾਵੇ। ਇਸ ਤਰ੍ਹਾਂ ਸਾਰੀ ਕੁਸ਼ਲ ਮੰਗਲ ਦੱਸ ਰਹੇ ਹਨ। ਡੇਰਾ ਕਰਿਓ ਸੁਬਟ ਸਮੁਦਾਇ ਤੇ ਮਹਾਰਾਜ ਜੀ ਦੇ ਸੰਤ ਸਿਪਾਹੀ ਸੂਰਮਿਆਂ ਨੇ ਵੀ ਥਾਂ ਪਰ ਥਾਂ ਉਤਾਰਾ ਕਰ ਲਿਆ, ਤੰਬੂ ਆਦਿਕ ਲਗਾ ਲਏ। ਤੀਨੋਂ ਗੁਰ ਪਤਨੀ ਜਬ ਦੇਖੀ ਭਾਈ ਸਾਈਂ ਦਾਸ ਜੀ ਨੇ ਜਦ ਤਿੰਨੇ ਗੁਰੂ ਕੇ ਮਹਿਲ ਮਾਤਾਵਾਂ ਦੇ ਦਰਸ਼ਨ ਕੀਤੇ ਪਰਿਓ ਪਾਏ ਤਰ ਪਾਉ ਤੇ ਵਿਸੇਖੀ ਤਿੰਨਾਂ ਹੀ ਮਾਤਾਵਾਂ ਜੀ ਦੇ ਚਰਨ ਕਮਲਾਂ ਤੇ ਵੀ ਸੀਸ ਰੱਖਿਆ, ਮੱਥਾ ਟੇਕਿਆ। ਅਪਰ ਸਗਲ ਗੁਰ ਕੇਰ ਨਜੀਕੀ ਹੋਰ ਵੀ ਜਿਹੜੇ ਮਹਾਰਾਜ ਜੀ ਦੇ ਸਾਹਿਬਜ਼ਾਦੇ ਤੇ ਹੋਰ ਨਿਕਟ ਵਰਤੀ ਹਨ, ਲਿਓ ਤਵੈ ਪੂਰੀ ਇਛ ਜੀ ਸਾਰਿਆਂ ਨੂੰ ਬਹੁਤ ਨਿਮਰਤਾ ਭਾਵ ਚ ਨਮਸਕਾਰਾਂ ਕਰਕੇ ਬਾਬਾ ਸਾਈਂ ਦਾਸ ਜੀ ਮਿਲੇ ਹਨ ਤੇ ਬਾਰ-ਬਾਰ ਮਹਾਰਾਜ ਜੀ ਦਾ ਰੋਮ ਰੋਮ ਸ਼ੁਕਰਾਨਾ ਕਰ ਰਹੇ ਨੇ ਵੀ ਤੁਸੀਂ ਮੇਰੇ ਹਿਰਦੇ ਦੀ ਭਾਵਨਾ ਪੂਰੀ ਕਰ ਦਿੱਤੀ, ਆ ਕੇ ਦਰਸ਼ਨ ਬਖਸ਼ਿਆ ਹੈ। ਤਿਮਰਾ ਮੂੰਹ ਮਿਲ ਮਸਤਕ ਟੇਕਾ ਇਸੇ ਤਰ੍ਹਾਂ ਬੀਬੀ ਰਾਮੋ ਜੀ ਮਾਤਾ ਜੀਆਂ ਨੂੰ ਵੀ ਮੱਥਾ ਟੇਕਿਆ ਹੈ। ਸਭ ਕੁਟੰਬ ਸਹਿ ਜਲਦ ਬਿਬੇਕਾ ਮਾਤਾ ਰਾਮੋ ਜੀ ਨੇ ਵੀ ਸਾਰੇ ਪਰਿਵਾਰ ਨੂੰ ਸਤਿਗੁਰੂ ਜੀ ਨੂੰ ਮਾਤਾਵਾਂ ਨੂੰ ਨਮਸਕਾਰ ਕੀਤੀ ਔਰ ਸਭ ਕੁਟੰਬ ਸਹਿ ਜਲਦ ਵਿਵੇਕਾ ਵਿਵੇਕ ਦੇ ਮਹਾਨ ਸਾਗਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਹੋਏ। ਸੁੰਦਰ ਗਨ ਪਰਯੰਕ ਤੇ ਡਸਾਏ ਬਹੁਤ ਸਾਰੇ ਸੋਹਣੇ ਸੋਹਣੇ ਬਲੇ ਬਣੇ ਹੋਏ ਪਲੰਗ ਜਿਹੜੇ ਨੇ ਉਹ ਵਿਛਾਏ ਗਏ ਹਨ ਜਲ ਆਸਤਰਨ ਸੋ ਤੇ ਛਾਏ ਬਹੁਤ ਸੋਹਣੇ ਸਫੈਦ ਰੰਗ ਦੇ ਉੱਪਰ ਜਿਹੜੇ ਨੇ ਉਹ ਚਾਦਰੇ ਵਿਛਾਏ ਹੋਏ ਹਨ। ਸੁੰਦਰ ਮੰਦਰ ਅੰਦਰ ਥਿਰੇ ਬਹੁਤ ਸੋਹਣਾ ਮਹਿਲ ਹੈ ਜਿਹਦੇ ਵਿੱਚ ਬਿਰਾਜਮਾਨ ਕਰਾਇਆ ਹੈ ਸੈਨਾ ਬਹਿਰ ਸਿਵਰ ਬੋ ਕਰੇ ਤੇ ਬਹੁਤ ਸਾਰੇ ਤੰਬੂ ਬਾਹਰ ਸੈਨਾ ਮਹਾਰਾਜ ਜੀ ਦੀਆਂ ਨੇ ਲਗਾਏ ਹੋਏ ਹਨ। ਤੰਬੂ ਸਮਿਆਨੇ ਬਹੁਤਾਨੇ ਬਹੁਤ ਸਾਰੇ ਤੰਬੂ ਤੇ ਸ਼ਾਮਿਆਨੇ ਤਾਣੇ ਹੋਏ, ਬਹੁਤ ਵੱਡੀ ਆਭਾ ਬਣੀ ਹੋਈ ਹੈ। ਕਾਢਿਓ ਝੰਡਾ ਉੱਚ ਤੇ ਗੁਰੂ ਮਹਾਨੇ ਘਰ ਦਾ ਪ੍ਰਤੀਕ ਨਿਸ਼ਾਨ ਸਾਹਿਬ ਬੜਾ ਉੱਚਾ ਗੱਡ ਦਿੱਤਾ ਗਿਆ ਹੈ। ਸਥਾ ਜੋਗ ਉਤਰੇ ਇਸ ਸਮੁਦਾਇਆ ਤਰ੍ਹਾਂ ਜਿੱਤੇ ਜਿੱਤੇ ਜਿਸ ਨੂੰ ਜਗ੍ਹਾ ਮਿਲੀ ਸਾਰੇ ਉਹਨਾਂ ਸੰਗਤਾਂ ਨੇ ਗੁਰਸਿੱਖਾਂ ਨੇ ਸੈਨਾਵਾਂ ਨੇ ਉਤਾਰਾ ਕੀਤਾ ਹੈ। ਆਦਮ ਸੰਦਨ ਚਮੂ ਨਿਕਾਇਆ ਸਾਰੀ ਸੈਨਾ ਮਹਾਰਾਜ ਜੀ ਦੀ ਔਰ ਸਾਰੇ ਮਸੰਦ ਨਿਵਾਜੇ ਹੋਏ ਸਿੱਖ ਹਨ ਜਿਹੜੇ ਜਥਾ ਸਕਤ ਦੰਪਤੀ ਹੁਲਾਸ ਬਹੁਤ ਦੰਪਤੀ ਬੀਬੀ ਰਾਮੋ ਜੀ ਭਾਈ ਸਾਈਂ ਦਾਸ ਜੀ ਦੇ ਮਨ 'ਚ ਬੜਾ ਚਾਅ ਹੈ, ਬੜਾ ਉਹਨਾਂ ਦੇ ਮਨ ਵਿੱਚ ਉਤਸ਼ਾਹ ਉਮਾ ਹੈ ਤੇ ਗਦਗਦ ਹੋ ਰਹੇ ਹਨ। ਸੇਵਤ ਰਾਮੋ ਸਾਈਂ ਦਾਸ ਤੇ ਦੋਵੇਂ ਜੀ ਮਹਾਰਾਜ ਜੀ ਦੀ ਸੇਵਾ ਵਿੱਚ ਲੱਗੇ ਹੋਏ ਹਨ ਅਧਿਕ ਪ੍ਰੇਮ ਤੇ ਅਸਨ ਤੇ ਬਨਾਇਓ ਬਹੁਤ ਪ੍ਰੇਮ ਨਾਲ ਉਹਨਾਂ ਨੇ ਭੋਜਨ ਤਿਆਰ ਕੀਤਾ। ਕਈ ਵਾਰੀ ਬਰਤਨ ਸਾਫ਼ ਕੀਤੇ, ਕੱਪੜੇ ਨਾਲ ਉਹਨਾਂ ਨੂੰ ਸਾਫ਼ ਕੀਤਾ, ਚੰਗੀ ਤਰ੍ਹਾਂ ਧੋਤਾ, ਫਿਰ ਕੱਪੜੇ ਨਾਲ ਸੁਕਾਇਆ ਬਈ ਕੋਈ ਕਣ ਕਿਸੇ ਤਰ੍ਹਾਂ ਦਾ ਬਰਤਨ ਤੇ ਰਹਿ ਨਾ ਜਾਏ। ਜਿਵੇਂ ਨਵੇਂ ਬਰਤਨ ਨੇ ਇਸ ਤਰ੍ਹਾਂ ਨਾਲ ਸੇਵਾ ਉਹਨਾਂ ਨੇ ਕੀਤੀ ਹੈ। ਬੈਠ ਨਿਕਟ ਧਰ ਪਾਉ ਅਚਾਇਓ ਤੇ ਮਹਾਰਾਜ ਜੀ ਦੇ ਕੋਲ ਬੈਠ ਕੇ ਪ੍ਰੇਮ ਸਹਿਤ ਮਾਤਾਵਾਂ ਨੂੰ
ਤੇ ਸਤਿਗੁਰੂ ਜੀ ਨੂੰ ਭੋਜਨ ਕਰਵਾਇਆ ਹੈ। ਕਥਾ ਗੁਰੂ ਕੇ ਨੰਦਨ ਸਾਰੇ, ਐਸੇ ਤਰ੍ਹਾਂ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਤਰੇ ਆਨੰਦ ਅਚਵਾਏ ਆਹਾਰੇ, ਬੜੇ ਆਨੰਦ ਨਾਲ ਉਹਨਾਂ ਨੂੰ ਵੀ ਭੋਜਨ ਕਰਵਾਇਆ ਹੈ। ਪੁਨ ਰਾਮੋ ਪ੍ਰੀਤੀ ਵੱਡ ਤਾਰੀ, ਇਹ ਵੱਡੀ ਪ੍ਰੇਮ ਮੂਰਤ ਹਨ, ਪ੍ਰੇਮ ਵਿੱਚ ਭਿੱਜੇ ਹੋਏ ਹਨ ਬੀਬੀ ਰਾਮੋ ਜੀ। ਅਚ ਦਮੋਦਰੀ ਆਦਿਕ ਸਾਰੀ, ਮਾਤਾਵਾਂ ਨੂੰ ਵੀ ਲੰਗਰ ਛਕਾਇਆ ਗਿਆ ਤਿੰਨਾਂ ਨੂੰ। ਕਯੋ ਗੁਰੂ ਸੁਨ ਸਾਈਂ ਦਾਸ, ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਮੁਖੜੇ ਤੋਂ ਫਰਮਾਇਆ, ਇਹ ਬਚਨ ਆਪ ਨੂੰ ਸਰਵਣ ਕਰਾਈਏ ਪੇਸ਼ਤਰ। ਇੱਕ ਵਾਰੀ ਜਿਤਨੇ ਬੈਠੇ ਹੋ ਨਾ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅੰਮ੍ਰਿਤਮਈ ਨਾਮ ਸਾਨੂੰ ਸਰਵਣ ਕਰਾਓ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਆਖੋ ਜੀ ਧੰਨ ਗੁਰੂ ਹਰਗੋਬਿੰਦ। ਮਹਾਰਾਜ ਪ੍ਰਸੰਨ ਹੋਏ ਤੇ ਆਪਣੀ ਮੁਬਾਰਕ ਰਸਨਾ ਤੋਂ ਆਖਣ ਲੱਗੇ ਆ, ਭਾਈ ਸਾਈਂ ਦਾਸ ਤੋਹੇ ਪ੍ਰੇਮ ਨੇ ਆਨੇ ਪਾਸ, ਆਖਣ ਲੱਗੇ ਸੰਗਤਾਂ ਤਾਂ ਆਉਣ ਨਹੀਂ ਦਿੰਦੀਆਂ ਸੀ, ਪਰ ਤੇਰੇ ਪ੍ਰੇਮ ਵਿੱਚ ਐਨੀ ਕਸਸ ਹੈ, ਤੇਰਾ ਪ੍ਰੇਮ ਖਿੱਚ ਕੇ ਲੈ। ਸੱਚ ਜਾਣਨਾ ਇਹ ਸਿੱਖਾਂ ਦਾ ਪ੍ਰੇਮ ਹੈ, ਗੁਰੂ ਨੂੰ ਖਿੱਚ ਕੇ ਲੈ ਆਓ। ਤੇ ਫਿਰ ਗੁਰੂ ਦਾ ਪ੍ਰੇਮ ਸਿੱਖਾਂ ਨੂੰ ਖਿੱਚ ਕੇ ਲੈ ਆਓ। ਆਪ ਜਿਤਨੇ ਪਹੁੰਚੇ ਹੋ, ਹੋਰ ਕਿਸ ਕਰਕੇ ਪਹੁੰਚੇ ਹੋ? ਮਤ ਸੋਚਣਾ ਵੀ ਅਸੀਂ ਜਹਾਜ਼ ਤੇ ਆਏ ਹਾਂ, ਟ੍ਰੇਨ ਤੇ ਆਏ ਹਾਂ, ਆਪਣੇ ਸਾਧਨਾਂ ਤੇ ਆਏ ਹਾਂ। ਅਸਲ ਗੱਲ ਇਹ ਹੈ, ਇਹ ਨੁਕਤਾ ਸਮਝਣਾ, ਤੁਹਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰੇਮ ਖਿੱਚ ਕੇ ਲੈ ਆਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਤੁਹਾਨੂੰ ਸਭ ਨੂੰ ਲੈ ਕੇ ਆਏ ਹਨ। ਮਹਾਰਾਜ ਕਹਿਣ ਲੱਗੇ, ਤੁਹਾਡਾ ਪ੍ਰੇਮ ਸਾਨੂੰ ਖਿੱਚ ਕੇ ਲਿਆ ਤਾਂ ਪਹੁੰਚੇ ਹਾਂ। ਨਿਤ ਚਿਤ ਸਿਮਰਤ ਹਾਥਨ ਜੋਰ, ਤੂੰ ਹੱਥ ਜੋੜ ਕੇ ਦਿਨ ਰਾਤ ਯਾਦ ਕਰਦਾ ਰਿਹਾ ਕਰਤ ਹੈ, ਰਹਿਓ ਦਰਸ਼ਨ ਕੀ ਲੋਰ, ਤੇ ਦਰਸ਼ਨਾਂ ਦੀ ਚਾਹਤ ਤੂੰ ਬਣਾਈ ਰੱਖੀ ਸਦਾਈ। ਜਾਤੇ ਪਠ ਕਰ ਤੁਵ ਅਰਦਾਸ, ਇਸ ਕਰਕੇ ਤੁਹਾਡੀ ਭੇਜੀ ਹੋਈ ਅਰਦਾਸ ਪੱਤਰ ਕਾ ਪੜ੍ਹ ਕਰਕੇ ਕਰ ਤਿਆਰੀ ਆਏ ਪੁਰਿਆਸ, ਤੇਰੀ ਆਸ ਪੂਰੀ ਕਰਨ ਵਾਸਤੇ ਉਸ ਪੁਰ ਨਗਰ ਤੋਂ ਤਿਆਰੀ ਕਰਕੇ ਤੇ ਇਸ ਪੁਰ ਨਗਰ ਵਿੱਚ ਆ ਗਏ। ਇਹ ਪੁਰ ਜਿਹੜਾ ਸ਼ਬਦ ਹੈ ਨਾ, ਬਹੁ ਅਰਥਕ ਹੈ। ਦੇਖੋ, ਪਹਿਲਾਂ ਉਹ ਪੁਰੀ ਸ੍ਰੀ ਅੰਮ੍ਰਿਤਸਰ ਸਾਹਿਬ, ਫਿਰ ਤੁਹਾਡੀ ਆਸ ਪੂਰੀ ਕਰਨ ਲਈ, ਤੇ ਫਿਰ ਇਸ ਪੁਰੀ ਵਿੱਚ ਆ ਪਹੁੰਚੇ ਹਾਂ। ਸਾਈਂ ਦਾਸ ਕਯੋ ਤਰ ਪਾਓ, ਸਾਈਂ ਦਾਸ ਜੀ ਦੇ ਨੇਤਰਾਂ ਵਿੱਚ ਜਲ ਹੈ ਤੇ ਹੱਥ ਜੁੜੇ ਹੋਏ, ਸੀਸ ਝੁਕਿਆ ਹੋਇਆ ਹੈ, ਤੇ ਬੜੇ ਭਾਵ ਪ੍ਰੇਮ ਸਹਿਤ ਆਖਣ ਲੱਗੇ, ਇਹ ਆਪ ਕੋ ਸਹਿਜ ਸੁਭਾਅ, ਹੇ ਮਹਾਰਾਜ ਸੱਚੇ ਪਾਤਸ਼ਾਹ, ਮੁੱਢ ਕਦੀਮਾਂ ਦਾ ਆਪ ਦਾ ਕੁਦਰਤੀ ਸੁਭਾਅ ਹੈ ਕਿ ਰਾਜ ਸਮਾਜ ਦਰਵ ਨ ਹੈਰੋ, ਤੁਸੀਂ ਰਾਜ ਸਾਜੋ ਸਮਾਨ ਧਨ ਆਦਿਕ ਨਹੀਂ ਦੇਖਦੇ, ਬਸ ਪ੍ਰੇਮ ਦੇਖਦੇ ਹੋ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਹਨ, ਸਾਚ ਕਹੋ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਰਾਜ ਸਾਜ ਸਮਾਜ ਨਹੀਂ ਦੇਖਦੇ, ਬਸ ਪ੍ਰੇਮ ਦੇਖਦੇ ਹੋ। ਲਖੋ ਨ ਸਾਕ ਸੰਬੰਧ ਵਡੇਰੋ, ਕੋਈ ਵੱਡਾ ਰਿਸ਼ਤੇਦਾਰ ਹੈ ਕਿ ਸੰਬੰਧੀ ਹੈ ਕਿ ਕੋਈ ਅਮੀਰ ਹੈ, ਇਹ ਸਭ ਤੁਸੀਂ ਨਹੀਂ ਦੇਖਦੇ। ਜਹਾਂ ਪ੍ਰੇਮ ਕੇ ਚਿਤ ਗੁਸਾਈ, ਇਹ ਗੁਸਾਈ ਜਗਤ ਦੇ ਮਾਲਕ ਸਤਿਗੁਰੂ ਜੀ, ਜਹਾਂ ਪ੍ਰੇਮ ਕੋ ਚਿਤ ਹੋ ਗੁਸਾਈ, ਜਿੱਥੇ ਤੁਸੀਂ ਪ੍ਰੇਮ ਦੇਖਦੇ ਹੋ ਜੇ ਚਿੱਤ ਵਿੱਚ, ਸਵੈ ਤਿਆਗੋ ਤਹ ਪਹੁੰਚੋ ਜਾਈ। ਇਹ ਸਭ ਕੁਝ ਛੱਡ ਕੇ ਤੇ ਪ੍ਰੇਮ ਵਾਲੇ ਹਿਰਦਾ ਰੱਖਣ ਵਾਲੇ ਦੇ ਘਰ ਪਹੁੰਚ ਜਾਂਦੇ। ਇਹ ਨਾਲ ਹੀ ਸਾਸਾਰਾਮ ਨਗਰ ਹੈ, ਬਹੁਤੀ ਦੂਰ ਨਹੀਂ, ਇੱਥੋਂ ਥੋੜਾ ਹੀ ਰਸਤਾ ਹੈ। ਉੱਥੇ ਇੱਕ ਪ੍ਰੇਮੀ ਸਿੱਖ ਮਹਾਰਾਜ ਜੀ ਦਾ, ਜਿਹਦਾ ਨਾਮ ਚਾਚਾ ਫੱਗੋ ਮੱਲ ਹੈ, ਉਸਨੇ ਮਕਾਨ ਬਣਾਇਆ ਬੜਾ ਸੋਹਣਾ, ਬੜੇ ਕਾਰੀਗਰ ਲਗਾਏ, ਚੰਗਾ ਸਾਜੋ ਸਮਾਨ ਲਗਾਇਆ, ਸੋਹਣੇ ਦਰਵਾਜ਼ੇ ਰੱਖੇ ਔਰ ਸੋਹਣੇ ਰਹਿਣ ਦੇ ਕਮਰੇ ਬਣਾਏ, ਪਰ ਬਾਹਰ ਬੈਠੇ ਰਿਹਾ ਕਰਨ, ਅੰਦਰ ਪ੍ਰਵੇਸ਼ ਨਹੀਂ ਕੀਤਾ। ਤੇ ਤੁਹਾਡੇ ਵਰਗੇ ਪਿਆਰ ਕਰਨ ਵਾਲਿਆਂ ਨੇ ਪੁੱਛਿਆ ਵੀ ਚਾਚਾ ਜੀ, ਤੁਸੀਂ ਮਕਾਨ ਤਾਂ ਬਣਾਇਆ ਬੜਾ ਸੋਹਣਾ, ਕਾਰੀਗਰ ਲਾਏ ਬੜੇ ਸਿਆਣੇ, ਬੜਾ ਧਨ ਲਾਇਆ,
हर चीज़ वधिया तो वधिया बनाई है, पर अंदर प्रवेश क्यों नहीं करते, गृह प्रवेश क्यों नहीं करते। तो चाचा फग्गोमल के नेत्रां विच आंसू आ गए, हाथ जुड़ गए, आखण लगे नहीं, जिन्हें मकान बनाया है, जिन्हें मकान दिता है, वो पहलों आवेगा फिर मैं अंदर जावां। उन्होंने कहा किसने मकान दिता है, तो तुसी बनाया। आखण लगे नहीं, मैं नहीं बनाया, मैं कौन हाँ जो बना सकता होवां, ये तो मेरे गुरु तेग बहादुर साहब जी ने झोली विच पाया, उन्हें बना के दिता है, उन्हें निवाजिया है, इसलिए पहला वो प्रवेश करनगे फिर असीं जावांगे। साईं दास ने भी अपने गृह प्रवेश नहीं किया, पहले महाराज गए ते फिर प्रवेश किया। जिते भी कोई प्रेम नाल गुरु नूं याद करदा है, सतगुरु अज भी हाज़र हैं, किते गए थोड़ी नहीं। साडी सुरत ही गवाच जाती है, गुरु ते सदा ही नाल ते सदा ही भावनावां नूं फल लाउंदे हन। जहाँ प्रेम को चित हो गुसाई, जिते आप प्रेम चितवदे हो देखदे हो, सब त्यागो तैं पहुँचो जाई, सब कुछ छड्ड के तुसी जा पहुँचदे हो, दर्शन बख्शदे हो। राज समाज छोड़ कर कुरराई। और इस तरह दे नाल द्वापर विच भी होया, सारे राज समाज ते कौरवां नूं छड्ड करके जाए बिदर के निशा बिताई। ते द्वापर दे महान अवतारी पुरुष भगवान श्री कृष्ण ने दुर्योधन दा महल छड्ड के बड़े बड़े वड्डे भीष्म द्रोणा कर्ण तज सभा सिंगार वड्डे मनुखा, जिन्हां दी एक झलक देखण लई लोकी खड़े रहिंदे सन, उन्हां सारियां नूं छड्ड के झुग्गी जाए बुलायो। सबना दे जी अंदर तुखा, तुसी ते बिदर दी कुल्ली विच जा बिराजे। श्री कृष्ण कहन लगे, हस बोले भगवान जी सुन हो राजा, होए सन मुखा, आओ जिवे हा बिदर दे होरी दे चित चाओ ना चुखा। महाराज जिवें द्वापर विच भगवान श्री कृष्ण ने अपने गरीब सेवक दे कारण चरण पाए, राज महल छड्ड के सभा श्रृंगार मनुखा नूं छड्ड के, इस तरह ही तुसी मेरे गरीब ते किरपा कर देती है, कुल्ली नूं भाग ला दिता। महाराज सच्चे पातशाह प्रेम दी नज़र नाल देख रहे हैं, और इस तरह सोहना माहौल आनंददायक बनया होया है। पर इस वेले हुण चूंकि वक़्त दा तकाजा है, बड़े प्रेम ते एकाग्रता सहित आपने सरवण किया, सारियां दा हार्दिक तौर ते धन्नवाद है। कल 3 बजे दोपहरे अमृत का बाटा तैयार होएगा। जिन्हों ने अमृत नहीं पान किया वो जरूर श्री गुरु गोबिंद सिंह महाराज जी के आगमन स्थान तखत श्री हरमंदर जी पटना साहब आए हो, तो जे अमृत पान नहीं किया तो सवेरे दोपहरे 3 बजे अमृत संचार होवेगा। पंज प्यारे साहिबान राही गुरु की कला वरतेगी। आप अमृत छक के अपने घर जाना। जे आए हो तो नहीं अजे सिक्खी ग्रहण की, सिक्खी लैके जाओ। महाराज जी दियां मेहरां दी दात झोली विच पवा के जाओ। सुभागा समा है। पटना साहब कोई दिन निर्धारित नहीं है बई फलाने दिन अमृत संचार होना। जदों 5 सिख तैयार हो जाण सकण वाले उदों ही 5 प्यारे आ जाते। ये भी महाराज की मेहर है। भावें रोज़ आ जाण, रोज़ अमृत संचार होएगा। इस तरह के नाल सतगुरु जी की कला वरतेगी। जिन्हों ने अजे तक महाराज जी की वड्डी रहमत झोली च नहीं पवाई, वो पवा लैण ते महाराज की सिक्खी ग्रहण करन। या जिन्हों कोल कोई बजर कुरैत हो गई होवे वो महाराज जी के घर दोबारे पुल बख्शा के फिर गुरु दियां मेहरां दी दात झोली च पवा सकते हैं। सतगुरु मेहरां करदे होण। बारंबार शब्दा हार्दिक तौर पर धन्नवाद। भुलां चुकां दी खिमा जरूर निमाणे सेवकां दी झोली च पा देना ते साहिब जियां दे दरों मिलण वाली बरकतमई फतेह दी दात झोली च पवाणी। पर पेशतर 2 मिनट लई हर रोज़ की तरह सारे मिल के महामंत्र, सारे सुखां दा दाता मंत्र वाहिगुरु मंत्र दा जाप करिए।
ਫਿਰ ਅਰਦਾਸ ਤੇ ਖਿਮਾ ਪ੍ਰਾਰਥੀ ਹੋਵਾਂਗੇ। ਸਾਰਿਆਂ ਨੇ ਮਿਲ ਕੇ ਜਾਪ ਕਰਨਾ ਹੈ। ਵਾਹਿਗੁਰੂ 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 ਸਾਰੇ ਜਪੋ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।